ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬਚਨ ਜਾਪ ਸਾਹਿਬ ਵਿੱਚ ਆਪ ਜੀ ਹਰ ਰੋਜ਼ ਸਰਵਣ ਕਰਕੇ ਜੀਵਨ ਸਫਲ ਕਰ ਰਹੇ ਹਨ। 17 ਤੋਂ 21 ਤੱਕ ਆਪ ਜੀ ਨੇ ਅੱਜ ਦੇ ਸ਼ੰਤ ਸਰਵਣ ਕੀਤੇ ਨੇ। ਇਹ ਜੋ ਜਿੰਨੀਆਂ ਵੀ ਅਵਸਥਾਵਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀਆਂ, ਅਕਾਲ ਪੁਰਖ ਦਾ ਸਰੂਪ ਹੈ, ਉਹ ਕਿਵੇਂ ਦਾ ਹੈ, ਉਹਦਾ ਰੂਪ ਕੀ ਹੈ। ਅਕਾਲ ਪੁਰਖ ਵਾਹਿਗੁਰੂ ਦੇ ਸੁਭਾਅ ਨੂੰ ਸਤਿਗੁਰੂ ਨੇ ਜਾਣਿਆ ਹੈ, ਉਹਦੇ ਸਵਰੂਪ ਨੂੰ, ਉਹਦੀ ਤਸਵੀਰ ਨੂੰ ਅੱਖਰਾਂ ਵਿੱਚ ਪਰੋ ਕੇ ਸਾਡੇ ਵਾਸਤੇ ਇੱਕ ਬਹੁਤ ਵੱਡਾ ਵਸੀਲਾ ਬਣਾਇਆ ਹੈ। ਜਿਹੜਾ ਸੁਭਾਅ ਰੱਬ ਦਾ ਇਸ ਬਾਣੀ ਵਿੱਚ ਲਿਖਿਆ ਹੋਇਆ, ਇਹ ਸੁਭਾਅ ਜਿੱਦਣ ਸਾਡੇ ਜੀਵਨ ਵਿੱਚ ਆ ਜਾਏਗਾ, ਉਹਦੇ ਤੋਂ ਅੱਗੇ ਕੋਈ ਮਿਲਾਪ ਨਹੀਂ ਹੈ। ਇਸ ਤਰ੍ਹਾਂ ਦਾ ਜਦੋਂ ਮਨੁੱਖ ਬਣ ਜਾਏ, ਜੋ ਜਾਪ ਸਾਹਿਬ ਹੈ, ਇੱਕ ਹੈ ਪਹਿਲਾਂ ਗੱਲ ਸ਼ੁਰੂ ਹੁੰਦੀ ਹੈ ਜਾਪ ਸਾਹਿਬ ਪੜ੍ਹਨਾ, ਦੂਸਰੀ ਘਟਨਾ ਹੈ ਜਾਪ ਸਾਹਿਬ ਨੂੰ ਸਮਝਣਾ, ਇਸ ਤੋਂ ਅੱਗੇ ਹੈ ਆਪਣੇ ਆਪ ਨੂੰ ਵੇਖਣਾ ਤੇ ਜਾਪ ਸਾਹਿਬ ਨੂੰ ਵੇਖਣਾ, ਵੀ ਦੋਵਾਂ ਵਿੱਚ ਫਰਕ ਕੀ ਹੈ। ਤਾਂ ਉਹਦੇ ਵਿੱਚ ਬੜਾ ਅੰਤਰ ਲੱਗੇਗਾ। ਉਹਦੇ ਵਿੱਚ ਜਿਵੇਂ ਅੱਜ ਸ਼ਬਦ ਕਿਹਾ ਨਮਸਤ ਸਤ ਅਜਬੇ, ਇਸ 17ਵੇਂ ਛੰਦ ਦਾ ਅਖੀਰਲਾ ਅੱਖਰ ਹੈ। ਕੱਲ੍ਹ ਇਹਦਾ ਥੋੜ੍ਹਾ ਜਿਹਾ ਹਿੱਸਾ ਬਚਿਆ ਸੀ। ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰਦੇ ਹੋਏ ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਮੈਂ ਤੈਨੂੰ ਦੇਖਣਾ, ਤੂੰ ਬੜਾ ਅਚਰਜ ਹੈ। ਤੇਰੇ ਵਿੱਚ ਦੀਦਾਰ ਕਰਦਿਆਂ ਬੜੀ ਹੈਰਾਨੀ ਪੈਦਾ ਹੁੰਦੀ ਹੈ, ਕਿਉਂਕਿ ਤੂੰ ਜਿਵੇਂ ਦਾ ਕੱਲ੍ਹ ਮੈਨੂੰ ਦਿਸਿਆ ਉਸ ਤਰ੍ਹਾਂ ਦਾ ਅੱਜ ਨਹੀਂ, ਹੋਰ ਦਾ ਹੋਰ ਹੁੰਦਾ ਜਾਂਦਾ, ਨਵਾਂ ਨਕੋਰ ਬਿਲਕੁਲ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ ਕਿ ਸਦਾ ਰਵੈ ਸੁਹਾਗਣੀ। ਉਹ ਜਿਹੜਾ ਸੁਹਾਗ ਹੈ ਨਿਤ ਨਵਾਂ ਹੈ। ਇਹ ਨਹੀਂ ਕਿ ਇੱਕ ਉਹਨੂੰ ਭਗਤ ਮਿਲਿਆ ਹੈ, ਉਹਦਾ ਇੱਕ ਨਾਲ ਮਿਲਣ ਹੋਇਆ ਤੇ ਮੁੜ ਕੇ ਰੱਬ ਪੁਰਾਣਾ ਪੈ ਗਿਆ, ਉਹ ਫਿਰ ਉਸੇ ਤਰ੍ਹਾਂ ਨਵਾਂ ਨਕੋਰ, ਉਹਦੇ ਵਿੱਚ ਬੁਢੇਪਾ ਨਹੀਂ ਹੈ। ਜਿੱਦਣ ਆਦਮੀ ਨੂੰ ਇਹ ਆਪਣੀ ਸਮਝ ਆ ਗਈ ਕਿ ਮੇਰੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੈ ਜਿਹੜਾ ਬੜਾ ਅਜੀਬ ਹੈ, ਉਸ ਦਿਨ ਉਹਦੇ ਨਾਲ ਨਾਤਾ ਬਣੇਗਾ। ਹਜ਼ੂਰ ਕਹਿੰਦੇ ਜਦੋਂ ਤੈਨੂੰ ਦੇਖਦੇ ਹਾਂ, ਕਹਿੰਦੇ ਨਮਸਤ ਸਤ ਅਜਬੇ, ਬੜਾ ਤੂੰ ਅਜੀਬ ਹੈ, ਬੜਾ ਹੈਰਾਨ ਕਰ ਦੇਣ ਵਾਲਾ ਹੈ, ਤੇਰੇ ਕੰਮ ਹੀ ਬੜੇ ਅਚਰਜ ਨੇ। ਸਤਿਗੁਰੂ ਨੇ ਬਾਣੀ ਵਿੱਚ ਕਈ ਥਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਦੇ ਕਾਰਜ ਹੈਰਾਨ ਕਰ ਦੇਣ ਵਾਲੇ ਦੱਸੇ ਨੇ, ਅਦਭੁਤ ਨੇ, ਅਚਰਜ ਨੇ। ਆਸਾ ਦੀ ਵਾਰ ਦਾ ਇੱਕ ਸ਼ਲੋਕ ਸਾਰੇ ਦਾ ਸਾਰਾ ਸਤਿਗੁਰੂ ਨੇ ਇਸ ਸ਼ਬਦ ਤੇ ਉਚਾਰਿਆ, ਵਿਸਮਾਦ ਨਾਦ ਵਿਸਮਾਦ ਭੇਦ। ਵਿਸਮਾਦ ਕਹਿੰਦੇ ਨੇ ਜਿਹੜੀ ਚੀਜ਼ ਨੂੰ ਦੇਖ ਕੇ ਹੈਰਾਨੀ ਪੈਦਾ ਹੋਵੇ ਇੱਕਦਮ। ਜਿਵੇਂ ਬੱਚਾ ਨਵਾਂ ਨਵਾਂ ਜਨਮ ਲੈਂਦਾ ਹੈ ਨਾ, ਤਾਂ ਉਹ ਜਦੋਂ ਜਿਹੜੀ ਥਾਂ ਤੇ ਜਾਂਦਾ ਹੈ, ਹਰ ਇੱਕ ਚੀਜ਼ ਨੂੰ ਬੜਾ ਹੈਰਾਨ ਹੋ ਕੇ ਦੇਖਦਾ ਵੀ ਕੀ ਹੈ। ਇੱਕ ਇੱਕ ਚੀਜ਼ ਨੂੰ ਬੜੀ ਹੈਰਾਨੀ ਨਾਲ ਵੇਖਦਾ ਹੈ, ਨਵੀਂ ਹੈ ਉਹਦੇ ਵਾਸਤੇ, ਕਿਉਂਕਿ ਕਿਸੇ ਹੋਰ
ਲੋਕ ਵਿੱਚੋਂ ਇਸ ਲੋਕ ਤੇ ਆਇਆ ਹੈ। ਬੱਚਾ ਜਿਹੜਾ ਹੈ ਕਿਸੇ ਹੋਰ ਦੁਨੀਆ ਵਿੱਚੋਂ ਇੱਥੇ ਆਇਆ ਹੈ, ਇੱਥੋਂ ਦੀਆਂ ਚੀਜ਼ਾਂ ਨੂੰ ਪਹਿਚਾਣ ਰਿਹਾ ਹੈ, ਵੇਖ ਵੇਖ ਕੇ ਹੈਰਾਨ ਹੋਈ ਜਾਂਦਾ ਹੈ। ਇਸੇ ਤਰ੍ਹਾਂ ਜਿੱਦਣ ਇਸ ਲੋਕ ਤੋਂ, ਜਿੱਥੇ ਅਸੀਂ ਬੈਠੇ ਹੋਏ ਹਾਂ, ਜਿਹਦੇ ਵਿੱਚ ਅਸੀਂ ਵਰਤ ਰਹੇ ਹਾਂ, ਜਿਸ ਦੁਨੀਆ ਨੂੰ ਅਸੀਂ ਵੇਖ ਰਹੇ ਹਾਂ, ਜਿੱਦਣ ਗੁਰੂ ਦੀ ਹੋ ਗਈ ਬਖਸ਼ਿਸ਼, ਅੰਦਰ ਨਾਮ ਦੀ ਟਿਕ ਗਈ ਕਣੀ, ਸ਼ਬਦ ਨੇ ਇਸ ਖਾਕੀ ਸੰਸਾਰ ਤੋਂ ਚੁੱਕ ਲਈ ਸੁਰਤ ਮਨੁੱਖ ਦੀ ਉੱਚੀ, ਇਹਨੇ ਯਾਤਰਾ ਕਰਨੀ ਕਰ ਦਿੱਤੀ ਸ਼ੁਰੂ ਦੂਜੇ ਦੇਸ਼ ਦੀ। ਇਹਦੇ ਤੋਂ ਪਾਰ ਜਿਹੜਾ ਸੁੱਖ ਦਾ ਸਮੁੰਦਰ ਹੈ, ਤਾਂ ਉਹ ਮਨੁੱਖ ਜਦੋਂ ਦੂਸਰੇ ਦੇਸ਼ ਵਿੱਚ ਜਾਂਦਾ ਹੈ ਤੇ ਉੱਧਰ ਚੀਜ਼ਾਂ ਵੇਖਦਾ ਹੈ, ਤੇ ਉਹਦੀਆਂ ਇਹ ਅੱਖਾਂ ਜਿਹੜੀਆਂ ਨੇ ਹੈਰਾਨ ਹੋ ਜਾਂਦੀਆਂ ਨੇ, ਹੈਰਾਨੀ ਨਾਲ ਅਦਭੁਤ ਨਵੀਂ ਨਵੀਆਂ ਚੀਜ਼ਾਂ ਨੂੰ ਦੇਖਦਾ ਹੈ, ਨਵੇਂ ਨਵੇਂ ਨਜ਼ਾਰੇ ਉਸ ਨੂੰ ਦਿਸਦੇ ਨੇ, ਨਵੇਂ ਨਵੇਂ ਤਜਰਬੇ ਉਹਦੀ ਜ਼ਿੰਦਗੀ ਵਿੱਚ ਹੁੰਦੇ ਨੇ। ਤੇ ਉਸ ਲੋਕ ਵਿੱਚ ਗਿਆ ਫਿਰ ਇਹ ਦੁਨੀਆ ਜਿਹੜੀ, ਇਹਦੀ ਵੀ ਸਮਝ ਆ ਜਾਂਦੀ ਵੀ ਇਹ ਕੀ ਹੈ। ਦੋਵਾਂ ਪਾਸੇ ਆਉਣਾ ਜਾਣਾ ਹੋ ਜਾਂਦਾ ਹੈ। ਸਤਿਗੁਰੂ ਬਚਨ ਕਹਿੰਦੇ ਗੁਰਮੁਖ ਆਵੈ ਜਾਏ ਨਿਸੰਗ। ਇਹਦਾ ਅਰਥ ਜੰਮਣਾ ਤੇ ਮਰਨਾ ਨਹੀਂ, ਇਹਦਾ ਅਰਥ ਹੈ ਗੁਰਮੁਖ ਇਸ ਲੋਕ ਵਿੱਚ ਰਹਿੰਦਾ ਹੋਇਆ ਪਰਲੋਕ ਨੂੰ ਵੇਖ ਲੈਂਦਾ ਹੈ, ਉੱਥੋਂ ਦੀ ਦੁਨੀਆ ਨੂੰ ਜਾਂਚ ਲੈਂਦਾ ਹੈ। ਤੁਸੀਂ ਸਾਰਾ ਜਪਜੀ ਸਾਹਿਬ ਪੜ੍ਹੋਗੇ, ਉਹ ਇਸ ਲੋਕ ਵਿੱਚ, ਇਸ ਦੁਨੀਆ ਵਿੱਚ ਬੈਠੇ ਹੋਏ, ਇਸ ਦੁਨੀਆ ਤੋਂ ਪਾਰਲੀ ਜਿਹੜੀ ਦੁਨੀਆ, ਉਹਦਾ ਨਕਸ਼ਾ ਗੁਰੂ ਨਾਨਕ ਸਾਹਿਬ ਨੇ ਖਿੱਚਿਆ। ਉਹ ਕਹਿੰਦੇ ਵੇਖੋ, ਇੱਥੇ ਇੱਕ ਹਵਾ, ਉੱਥੇ ਕਈ ਹਵਾਵਾਂ ਨੇ, ਕੇਤੇ ਪਵਨ। ਇੱਥੇ ਇੱਕੋ ਤਰ੍ਹਾਂ ਦੀ ਹਵਾ ਹੈ, ਉੱਥੇ ਕਈ ਤਰ੍ਹਾਂ ਦੀ ਹਵਾ। ਕੇਤੇ ਪਵਨ, ਪਾਣੀ, ਉੱਥੇ ਕਈ ਤਰ੍ਹਾਂ ਦਾ ਪਾਣੀ। ਬੈਸੰਤਰ, ਉੱਥੇ ਕਈ ਤਰ੍ਹਾਂ ਦੀ ਹਵਾ ਹੈ। ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਣ। ਇੱਥੇ ਇੱਕ ਕ੍ਰਿਸ਼ਨ ਹੈ, ਉੱਥੇ ਹਜ਼ਾਰਾਂ ਕ੍ਰਿਸ਼ਨ ਨੇ। ਇੱਥੇ ਇੱਕ ਬ੍ਰਹਮਾ, ਲੋਕ ਕਹਿੰਦੇ ਨੇ ਉੱਥੇ ਕੋਟ ਬ੍ਰਹਮੇ ਸ੍ਰਿਸ਼ਟ ਸਾਜਨ ਲਾਏ। ਪਤਾ ਨਹੀਂ ਕਿੰਨੇ ਕੁ ਬ੍ਰਹਮੇ ਬੈਠੇ ਹੋਏ ਨੇ, ਦੁਨੀਆ ਬਣਾਈ ਜਾ ਰਹੀ। ਕੋਟ ਬ੍ਰਹਮੇ ਸ੍ਰਿਸ਼ਟ ਸਾਜਨ ਲਾਏ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਣ ਮਹੇਸ਼। ਤੇ ਕਈ ਮਾਰਨ ਵਾਲੇ ਬਣਾਏ। ਕੇਤੇ ਬ੍ਰਹਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ਼। ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕਿੰਨੇ ਇੰਦਰ ਨੇ, ਕਿੰਨੇ ਚੰਦਰਮਾ ਨੇ, ਕਿੰਨੇ ਸੂਰਜ ਨੇ, ਕਿੰਨਾ ਕੁਝ ਹੈ। ਤਾਂ ਉਸ ਅਵਸਥਾ ਨੂੰ ਜਦੋਂ ਜਾਣਦਾ ਮਨੁੱਖ, ਤਾਂ ਉਹਦੇ ਵਿੱਚ ਇੱਕ ਖੁਸ਼ੀ, ਇੱਕ ਹੈਰਾਨੀ, ਫਿਰ ਉਹ ਇਸ ਕੈਦ ਵਿੱਚੋਂ ਨਿਕਲ ਜਾਂਦੀ ਹੈ ਉਹਦੀ ਸੁਰਤ। ਜਿੱਥੇ ਅਸੀਂ ਜਿਉਂ ਰਹੇ ਹਾਂ ਵੀ ਸਵੇਰੇ ਜਾਗੇ, ਹਰ ਰੋਜ਼ ਦੀ ਰੂਟੀਨ ਹੈ, ਬਸ ਖਾਧਾ ਪੀਤਾ, ਇਸ਼ਨਾਨ ਕੀਤਾ, ਕੰਮ ਕੀਤਾ, ਸੌਂ ਗਏ, ਫਿਰ ਜਾਗੇ, ਫਿਰ ਖਾ ਲਿਆ, ਫਿਰ ਕੰਮ ਕੀਤਾ, ਫਿਰ ਸੌਂ ਗਏ। ਇਹ ਡੱਬੀ ਬੰਦ ਜਿਹੜਾ ਜੀਵਨ ਹੈ, ਜਿਹਦੇ ਵਿੱਚ ਤਕਰੀਬਨ ਬੰਦਾ ਅੱਕ ਜਾਂਦਾ ਹੈ, ਉਹਦਾ ਜੀਵਨ ਅਕੇਵੇਂ ਨਾਲ ਭਰਿਆ ਜਾਂਦਾ। ਉਹੀ ਕੰਮ ਕਰ ਕਰਕੇ ਰੋਜ਼ ਇੱਕੋ ਹੀ, ਉਹੀ ਖਾਂਦਿਆਂ ਪੀਂਦਿਆਂ ਮੂੰਹ ਇਕੱਠਾ, ਪਹਿਨੰਦਿਆਂ ਸਭ ਅੰਗ। ਇੱਕ ਕੰਮ ਦੀ ਰਿਪੀਟਿੰਗ ਬੜੀ ਵਾਰੀ ਕੀਤੀ, ਬੜੀ ਵਾਰੀ ਕੀਤੀ। ਉਹੀ ਪੁਰਾਣਾ ਲੱਖਾਂ ਸਾਲਾਂ ਤੋਂ ਸਾਡੇ ਦਾਦੇ ਪੜਦਾਦੇ ਦੁਹਰਾਉਂਦੇ ਆਏ, ਉਹੀ ਅਸੀਂ ਕਰ ਲਿਆ। ਜਿਹੜੇ ਸਾਡੇ ਤੋਂ ਅੱਗੇ ਜਿਨ੍ਹਾਂ ਨੇ ਜਨਮ ਲਿਆ, ਉਹਨਾਂ ਨੂੰ ਵੀ ਸਿਖਾਇਆ ਵੀ ਇਹ ਕਰਨਾ। ਤਾਂ ਇਹ ਇੱਕ ਦੁਨੀਆ ਹੈ। ਇੱਥੇ ਲੋਕ ਜਿਹਨੂੰ ਕਹਿੰਦੇ ਨੇ, ਤਾਂ ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨਮਸਤ ਸਤ ਅਜਬੇ, ਉਹ ਕਿਸ ਮਨੁੱਖ ਦੀ ਦਸ਼ਾ ਹੈ ਤੇ ਰੱਬ ਦਾ ਸਰੂਪ ਉਹ ਵੇਖਦਾ ਹੈ। ਉਹ ਇਸ ਦੁਨੀਆ ਤੋਂ ਅਗਲੀ ਦੁਨੀਆ ਨੂੰ ਵੇਖ ਲੈਂਦਾ, ਇੱਥੇ ਰਹਿੰਦਾ ਹੋਇਆ ਦੋਵਾਂ ਲੋਕਾਂ ਦਾ ਨਿਵਾਸੀ ਹੋ ਜਾਂਦਾ ਹੈ। ਤਾਂ ਸਤਿਗੁਰੂ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਉਸ ਸਵਰੂਪ ਨੂੰ ਦੇਖ ਕੇ ਇੱਕ ਬਚਨ ਕਹਿੰਦੇ, ਤੂੰ ਬੜਾ ਹੈਰਾਨ ਕਰ ਦੇਣ ਵਾਲਾ ਹੈ, ਅਚਰਜ ਕਰ ਦੇਣ ਵਾਲਾ ਹੈ, ਖੁਸ਼ੀ ਦੇਣ ਵਾਲਾ ਹੈ, ਨਵੀਂ ਚੀਜ਼ ਹੈ।
तो मैं इत्थे एक बेनती करा, बंदा नवीं नवीं चीज़ नूं लभ रहा है क्योंकि उन्होंने नवीं चीज़ विचों खुशी मिलती, बदल बदल के चीज़ां। पर एक गल चेते रखना, इत्थे जिन्नियां मर्जी नवीं चीज़ां आ जाण, थोड़े चिर बाद पुरानियां हो जांदियां। समा उन्हां नूं खा जांदा है, वक्त उन्हां नूं फिक्कियां कर दिंदा है। जे नवां कुछ है जिहड़ा पुराना नहीं हुंदा, ते उहनूं हजूर ने बाणी विच एक वचन दे नाल उहदा वर्णन कीता। कहण लगे इक्को चीज़ है धरती दी जिहड़ी एक वारी हत्थ विच आ जाए, एक एक पल बाद वो नवीन हुंदी जांदी, पुरानी नहीं हुंदी। साहब ने वचन कहे ने कि सच पुराना होवे नाही, सीता कदे ना पाटै। इत्थे सच दे अर्थ होणगे, जिस बंदे दे ਹਿਰਦੇ ਵਿੱਚ ਜੀਵਨ ਵਿੱਚ ਗੁਰੂ ਨੇ ਬਖਸ਼ਿਸ਼ ਕਰਕੇ ਨਾਮ ਦੀ ਕਣੀ ਭਰ ਦਿੱਤੀ, ਉਹਦਾ ਜੀਵਨ ਕਦੀ ਪੁਰਾਣਾ ਨਹੀਂ ਹੁੰਦਾ। ਫਿਰ ਪੁਰਾਣਾ ਨਹੀਂ ਹੁੰਦਾ ਤੇ ਸੋਗੀ ਵੀ ਨਹੀਂ ਹੁੰਦਾ। ਇਸ ਕਰਕੇ ਉਹਨੂੰ ਬਾਹਰੋਂ ਆਪਣੇ ਆਪ ਨੂੰ ਰੋਜ਼ ਬਦਲਣ ਦੀ ਲੋੜ ਨਹੀਂ ਪੈਂਦੀ। ਉਹ ਇਹਨਾਂ ਚੀਜ਼ਾਂ ਤੇ ਬਹੁਤਾ ਵਿਸ਼ਵਾਸ ਨਹੀਂ ਕਰਦਾ। ਬੰਦਾ ਕਿਉਂ ਚੀਜ਼ਾਂ ਬਦਲਦਾ? ਤੇ ਅੱਜ ਕੱਲ੍ਹ ਤੇ ਜ਼ਿਆਦਾ ਬਦਲ ਰਿਹਾ। ਅੱਜ ਤੋਂ 50-100 ਸਾਲ ਪਹਿਲਾਂ ਕਹਿੰਦੇ ਨੇ ਆਦਮੀ ਦਾ ਇੱਕ ਕਮੀਜ਼ 5 ਸਾਲ ਕੱਢ ਜਾਂਦਾ ਸੀ, ਇੱਕੋ ਹੀ ਉਹਨੂੰ ਵਰਤ ਲੈਂਦਾ ਸੀ। ਪਰ ਅੱਜ ਇੱਕ ਆਦਮੀ ਦੇ 50 ਕਮੀਜ਼ ਨੇ ਇੱਕ ਦਿਨ ਪਾਉਣ ਵਾਸਤੇ। ਇਹ ਕਿਉਂ ਹੈ? ਕਿਉਂਕਿ ਬੰਦਾ ਜ਼ਿੰਦਗੀ ਤੋਂ ਅੱਕ ਗਿਆ, ਬਦਲ ਬਦਲ ਕੇ ਵੇਖਦਾ ਵੀ ਖੁਸ਼ੀ ਮਿਲ ਜਾਏ ਕਿਤੇ। ਵੈਸੇ ਇੱਕ ਭਾਸ਼ਾ ਵਿੱਚ ਇਹਨੂੰ ਕਿਹਾ ਗਿਆ ਵਿਕਾਸ, ਡਿਵੈਲਪ ਕੀਤਾ ਜਾਂਦਾ ਚੀਜ਼ਾਂ ਨੂੰ। ਰੋਜ਼ ਬਦਲੋ, ਰੋਜ਼ ਬਦਲੋ। ਜੇ ਤੁਸੀਂ ਕੋਈ ਚੀਜ਼ ਬਣਾਉਣੀ ਹੈ, ਬਾਜ਼ਾਰ ਵਿੱਚ ਲੈ ਕੇ ਜਾਣੀ, ਤੇ ਦਿਮਾਗ ਵਿੱਚ ਇੱਕ ਗੱਲ ਰਹਿ ਗਈ ਵੀ ਇਹਨੂੰ ਥੋੜ੍ਹੀ ਜਿਹੀ ਇਹਦੀ ਪੂੰਛ ਇੱਧਰ ਦੀ ਕਰੋ ਤਾਂ ਕੱਲ੍ਹ ਵਿਕੇਗੀ, ਇਸ ਗੱਡੀ ਦਾ ਮੂੰਹ ਉੱਚਾ ਕਰੋ ਤਾਂ ਕੱਲ੍ਹ ਨੂੰ ਵਿਕੇਗੀ। ਅਸਲ ਵਿੱਚ ਇਹ ਵਿਕਾਸ ਨਹੀਂ, ਇਹ ਮਨੁੱਖ ਬੜੀ ਤੇਜ਼ੀ ਨਾਲ ਆਪਣੇ ਜੀਵਨ ਦੀ ਸਮਾਪਤੀ ਵੱਲ ਵਧ ਰਿਹਾ। ਇਹ ਉਹਦੇ ਜੀਵਨ ਦੀ ਸਪੀਡ, ਜਿਵੇਂ ਜਦੋਂ ਆਦਮੀ ਮਰਨ ਲੱਗਦਾ ਹੈ ਨਾ, ਖਿਆਲ ਰੱਖਣਾ, ਇਹ ਜਿਹੜਾ ਡਿਵੈਲਪ ਹੋ ਰਿਹਾ ਸੰਸਾਰ, ਜਿਹਨੂੰ ਵਿਕਾਸ ਕਹਿੰਦੇ ਹਾਂ ਅਸੀਂ, ਵੀ ਹੁਣ ਤਾਂ ਦੁਨੀਆ ਜੀ ਬਦਲ ਗਈ। ਗਈ ਗੱਲ ਉਹ ਪਿਛਲੇ ਮਹੀਨੇ ਸੀ ਇਹ ਕੱਪੜੇ, ਹੁਣ ਨਵੇਂ ਆ ਗਏ। ਹੁਣ ਤਾਂ ਛੱਡੋ, ਤਾਂ ਪਿਛਲੇ ਸਾਲ ਵਾਲੀਆਂ ਗੱਡੀਆਂ ਹੁਣ ਤਾਂ ਨਵੀਆਂ ਆ ਗਈਆਂ। ਇਹ ਮਕਾਨ ਤਾਂ ਪੁਰਾਣਾ ਨਕਸ਼ਾ, ਹੁਣ ਤੇ ਇਸ ਤਰ੍ਹਾਂ ਦੇ ਬਣਨ ਲੱਗ ਪਏ। ਗਿਆ ਸਾਰਾ ਕੁਝ ਪੁਰਾਣਾ, ਸਾਰੇ ਸਿਸਟਮ ਇੱਕਦਮ ਨਵੇਂ ਆ ਰਹੇ ਨੇ 2-2 4-4 ਮਹੀਨੇ ਬਾਅਦ। ਕੀ ਅਰਥ ਹੋਣਗੇ ਇਹਦੇ ਵੀ? ਇਹ ਵਿਕਾਸ ਹੈ। ਤੁਸੀਂ ਵੇਖਿਆ ਹੋਵੇਗਾ ਜਦੋਂ ਆਦਮੀ ਮਰਨ ਲੱਗਦਾ ਹੈ, ਉਹਦੇ ਸਵਾਸ ਬੜੇ ਤੇਜ਼ ਹੋ ਜਾਂਦੇ ਨੇ, ਬੜੀ ਤੇਜ਼ੀ ਨਾਲ ਤਿੱਖੇ ਸਵਾਸ ਲੈਂਦਾ, ਖਿੱਚ ਖਿੱਚ ਕੇ। ਉਹਦੇ ਸਵਾਸ ਤੇਜ਼ ਹੋਣ ਤੋਂ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਦੀ ਮੌਤ ਬਹੁਤ ਨੇੜੇ ਹੈ। ਸਵਾਸ ਤਿੱਖੇ ਹੋ ਗਏ। ਪਦਾਰਥ ਦੇ ਸੰਬੰਧ ਵਿੱਚ ਜਦੋਂ ਆਦਮੀ ਬਹੁਤ ਤਿੱਖਾ ਹੋ ਗਿਆ, ਜਿਉਂ-ਜਿਉਂ ਹੋਰ ਇਹਦੀ ਤੇਜ਼ੀ ਵਧੇਗੀ, ਉਹਦੇ ਅਰਥ ਵਿਕਾਸ ਨਹੀਂ ਹੋਣਗੇ, ਜਦ ਕਿ ਲੋਕ ਇਹਨੂੰ ਸਮਝਦੇ ਰਹਿਣਗੇ ਵਿਕਾਸ ਹੈ। ਇੱਕ ਦਿਨ ਵਿਕਾਸ ਇੰਨਾ ਵੱਧ ਜਾਏਗਾ ਕਿ ਵਿਕਾਸ ਇਹਦੇ ਜੀਵਨ ਦੀ ਮੌਤ ਕਰ ਦੇਗਾ। ਤਕਰੀਬਨ ਕਰ ਹੀ ਦਿੱਤੀ ਉਸਨੇ, ਅੰਦਰੋਂ ਤਾਂ ਕਰ ਦਿੱਤੀ, ਬਾਹਰਲਾ ਹਿੱਸਾ ਰਹਿ ਗਿਆ। ਅੰਦਰੋਂ ਤੇ ਇਸ ਪਦਾਰਥਵਾਦ ਨੇ, ਇਸ ਭੌਤਿਕਵਾਦ ਨੇ, ਇਸ ਸਿਸਟਮ ਨੇ ਬੰਦੇ ਦੇ ਅੰਦਰਲੇ ਹਿੱਸੇ ਨੂੰ, ਇਨਸਾਨੀਅਤ ਨੂੰ, ਪਿਆਰ ਨੂੰ, ਸੇਵਾ ਨੂੰ, ਪਰਉਪਕਾਰ ਨੂੰ ਤਾਂ ਤਕਰੀਬਨ ਅਰਥੀ ਤੇ ਰੱਖ ਹੀ ਦਿੱਤਾ ਹੈ। ਬਸ ਲਾਂਬੂ ਲਾਉਣ ਵਾਲਾ ਹੈ, ਉਹ ਖਤਮ ਹੋ ਚੁੱਕੀ ਚੀਜ਼ ਅੰਦਰੋਂ। ਪ੍ਰੇਮ ਪਿਆਰ ਪਰਿਵਾਰਾਂ ਵਿੱਚ ਸਾਰਾ ਸਿਸਟਮ ਇੱਕ ਦੀ ਕਹਾਣੀ ਨਹੀਂ ਹੈ, ਹਵਾ ਵਿੱਚ ਭਰਿਆ ਗਿਆ। ਕੁਝ ਵੀ ਇਕੱਠਾ ਨਹੀਂ, ਸੰਸਥਾਵਾਂ ਵੀ ਇਕੱਠੀਆਂ ਨਹੀਂ, ਪਰਿਵਾਰ ਵੀ ਇਕੱਠੇ ਨਹੀਂ, ਸਮਾਜਿਕ ਸੰਸਥਾਵਾਂ ਵੀ ਆਪਸ ਵਿੱਚ ਇੱਕ ਦੂਜੇ ਦਾ ਵਿਰੋਧ, ਧਾਰਮਿਕ ਸੰਸਥਾਵਾਂ ਵੀ ਵਿਰੋਧ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਹੈ ਕਿ ਪਦਾਰਥ ਇੰਨਾ ਵੱਧ ਗਿਆ, ਅੰਦਰਲੀ ਗੱਲ ਮਰ ਗਈ ਅੰਦਰੋਂ, ਹੁਣ ਬਾਹਰਲੀ ਬਾਕੀ ਬਚੀ। ਇਹ ਕੁਦਰਤ ਦਾ ਨਿਯਮ, ਇਹਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ, ਇਸੇ ਤਰ੍ਹਾਂ ਹੋਵੇਗਾ ਵੀ। ਪਰ ਇਹਨੂੰ ਵਿਕਾਸ ਸਮਝ ਲੈਣਾ ਇੱਕ ਭੁਲੇਖਾ ਹੈ। ਜਦੋਂ ਬੰਦੇ ਦੀ ਮੌਤ ਆਉਂਦੀ ਹੈ, ਉਹਦੇ ਸਵਾਸ ਤੇਜ਼ ਹੋ ਜਾਂਦੇ ਨੇ,
ਜਦੋਂ ਇਨਸਾਨੀਅਤ ਦੀ ਮੌਤ ਆਉਂਦੀ ਉਦੋਂ ਪਦਾਰਥ ਦੀ ਗਤੀ ਬਹੁਤ ਵੱਧ ਜਾਂਦੀ ਤੇਜ਼, ਉਹ ਅੰਦਰੋਂ ਮਰਨ ਦੇ ਨੇੜੇ ਚਲਾ ਜਾਂਦਾ। ਪਰ ਜਿਹੜਾ ਉਹਦਾ ਨਾਮ ਹੈ, ਹਜ਼ੂਰ ਕਹਿੰਦੇ ਉਹ ਕਦੀ ਨਹੀਂ ਬਦਲਦਾ ਤੇ ਕਦੀ ਪੁਰਾਣਾ ਵੀ ਨਹੀਂ ਹੁੰਦਾ। ਪੁਰਾਣੇ ਸਮੇਂ ਦੀਆਂ ਚੀਜ਼ਾਂ ਅੱਜ ਤੋਂ 100 ਸਾਲ ਪਹਿਲਾਂ, 200 ਸਾਲ ਪਹਿਲਾਂ ਇੱਕੋ ਚੀਜ਼ ਬੜਾ ਚਿਰ ਕੱਢਦੀ ਸੀ, ਕਿਉਂਕਿ ਬੰਦੇ ਦਾ ਅੰਦਰ ਠਹਿਰਿਆ ਹੋਇਆ ਸੀ। ਚੀਜ਼ਾਂ ਪੁਰਾਣੀਆਂ ਨਹੀਂ ਸਨ ਹੁੰਦੀਆਂ। ਅੱਜ ਤੇ ਰੱਬ ਵੀ ਨਵਾਂ ਚਾਹੀਦਾ। ਅੱਜ ਤੇ ਸਾਰੀਆਂ ਚੀਜ਼ਾਂ ਬੰਦੇ ਨੂੰ ਹੋਰ ਦੀਆਂ ਹੋਰ। ਤਾਂ ਉਹ ਕਿਹੜੀ ਚੀਜ਼ ਹੈ ਜਿਹੜੀ ਨਿਤ ਨਵੀਂ ਰਹਿੰਦੀ? ਸਾਹਿਬ ਨੇ ਬਚਨ ਕੀਤੇ, ਸੱਚ ਪੁਰਾਣਾ ਹੋਵੇ ਨਾਹੀ, ਸੀਤਾ ਕਦੇ ਨਾ ਪਾਟੇ। ਸਿਰਫ ਇੱਕ ਯਾਦ ਹੈ ਉਹਦੀ, ਜੋ ਆਦਮੀ ਨੂੰ ਇੱਕ ਇੱਕ ਪਲ ਬਾਅਦ ਨਵਾਂ ਕਰੀ ਜਾਂਦੀ ਹੈ, ਨਵਾਂ ਜਨਮ ਦੇਈ ਜਾਂਦੀ ਹੈ। ਇਸ ਲਈ ਉਹਨੂੰ ਬਾਹਰਲੀਆਂ ਚੀਜ਼ਾਂ ਦਾ ਕੋਈ ਉਹਦੇ ਤੇ ਪ੍ਰਭਾਵ ਨਹੀਂ ਰਹਿੰਦਾ ਕਿ ਉਹ ਪੁਰਾਣਾ ਹੈ ਕਿ ਨਵਾਂ ਹੈ, ਕਿ ਛੋਟਾ ਹੈ ਕਿ ਵੱਡਾ ਹੈ। ਉਹਦੇ ਨਾਲ ਉਹਦਾ ਕੋਈ ਸਰੋਕਾਰ ਨਹੀਂ। ਅੰਦਰੋਂ ਜਿਉਂ ਪਿਆ ਜਿਹੜਾ, ਬਾਹਰੋਂ ਆਪੇ ਜਿਉਂ ਪਿਆ। ਜਿਹਦੀ ਜੜ ਹਰੀ ਹੋ ਗਈ ਉਹਦੇ ਪੱਤੇ ਨਿਕਲ ਹੀ ਆਉਣਗੇ, ਤੇ ਜਿਹਦੀ ਜੜ ਸੁੱਕ ਗਈ ਉਹਦੇ ਪੱਤੇ ਹਰੇ ਨਹੀਂ ਰਹਿਣੇ। ਉਹ ਤਾਂ ਇੱਕ ਮੌਸਮ ਦੀ ਇੱਕ ਕਰਕੇ ਥੋੜਾ ਚਿਰ ਹਰੇ ਰਹਿ ਜਾਂਦੇ, ਵੀ ਠੰਡ ਹੈ, ਥੋੜੇ ਦਿਨ ਬਰਫ਼ ਪਈ, ਜੜ ਤਾਂ ਸੁੱਕੀ ਹੋਈ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਨਮਸਤ ਸਤ ਅਜਬੇ, ਨਮਸਕਾਰ ਹੈ ਤੈਨੂੰ, ਤੂੰ ਬੜਾ ਅਜੀਬ ਹੈ। ਕਈ ਯੁਗਾਂ ਦਾ ਹੈ ਤੂੰ, ਅਰਬਾਂ ਸਾਲਾਂ ਤੋਂ ਵੀ ਅੱਗੇ ਦਾ ਹੈ। ਉਹੀ ਤੂੰ ਵੇਸ ਪਾਇਆ, ਅਜੇ ਵੀ ਪੁਰਾਣਾ ਨਹੀਂ ਹੋਇਆ। ਔਰ ਗੁਰੂ ਸਾਹਿਬ ਨੇ ਕਿਆ ਕਹਿੰਦੇ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਤੇਰੇ ਵਸਤਰ ਉਹੀ ਅਜੇ ਵੀ, ਉਹੀ ਪੁਰਾਣੇ ਨਹੀਂ ਹੋਏ। ਅਗਲਾ ਬਚਨ ਕੀਤਾ, ਕਹਿੰਦੇ ਆਦੇਸੰ ਆਦੇਸੇ। ਪਹਿਲੇ ਆਦੇਸੰ ਦਾ ਅਰਥ ਹੈ ਨਮਸਕਾਰ ਹੈ ਤੈਨੂੰ, ਆਦੇਸ਼ ਹੈ। ਇਸ ਨੂੰ ਆਦੇਸੇ, ਕਿਸੇ ਇੱਕ ਦੇਸ਼ ਦਾ ਨਹੀਂ ਤੂੰ। ਦੇਸ਼ ਤੇ ਆਦਮੀ ਨੇ ਬਣਾਏ ਨੇ, ਕਿਸੇ ਇੱਕ ਦੇਸ਼ ਵਿੱਚ ਫਸਿਆ ਹੋਇਆ ਨਹੀਂ ਤੂੰ। ਕਿਸੇ ਦਾ ਰੱਬ ਨਹੀਂ ਹੈ ਇਕੱਲੇ ਦੇਸ਼ ਦਾ, ਸਾਰਿਆਂ ਦੇਸ਼ਾਂ ਦਾ ਹੈ। ਦੇਸ਼ਾਂ ਦੀ ਹੱਦ ਨੂੰ ਤੂੰ ਤੋੜ ਜਾਣਾ ਹੈ, ਦੇਸ਼ਾਂ ਤੋਂ ਪਾਰ ਚਲੇ ਜਾਣਾ। ਕਿਸੇ ਇੱਕ ਨਸਲ ਦਾ ਨਹੀਂ, ਕਿਸੇ ਇੱਕ ਜਾਤ ਦਾ ਤੂੰ ਨਹੀਂ। ਤੇ ਬਚਨ ਕੀਤੇ ਨਮਸਤੰ ਅਭੇਸੇ। ਅਭੇਸ ਹੈ, ਵੇਸ ਤੋਂ ਉੱਚਾ ਹੈ। ਤੁਸੀਂ ਵੇਖਿਆ ਹੋਵੇਗਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭੇਖ ਧਾਰਨ ਕੀਤਾ ਸੀ, ਪੱਕਾ ਨਹੀਂ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਬਾਬੇ ਭੇਖ ਬਣਾਇਆ ਸੀ। ਕਾਹਦੇ ਵਾਸਤੇ? ਲੋੜ ਵਾਸਤੇ, ਸਮੇਂ ਵਾਸਤੇ। ਭੇਖ ਦੀ ਲੋੜ ਪੈਂਦੀ ਹੈ। ਜਿਵੇਂ ਦੇ ਲੋਕਾਂ ਨਾਲ ਤੁਸੀਂ ਗੱਲ ਕਰਨੀ ਹੈ, ਉਹਨਾਂ ਦੀ ਭਾਸ਼ਾ ਦੀ ਵੀ ਲੋੜ ਪਏਗੀ, ਉਹਨਾਂ ਦੇ ਵੇਸ ਦੀ ਵੀ ਲੋੜ ਪਏਗੀ। ਭੇਖ ਬਣਾਇਆ, ਮੱਕੇ ਵਿੱਚ ਗਏ ਸਨ ਤੇ ਭੇਖ ਬਣਾਇਆ ਤੇ ਤਾਂ ਹੀ ਗਏ ਨਾ। ਜੇ ਹੱਥ ਵਿੱਚ ਡੰਡਾ ਨਾ ਫੜਦੇ, ਨੀਲ ਵਸਤਰ ਧਾਰੀ ਨਾ ਬਣਦੇ, ਤਾਂ ਕਿਵੇਂ ਹੋ ਸਕਦਾ ਸੀ? ਕਿਵੇਂ ਜਾ ਸਕਦੇ ਸੀ? ਅਸੀਂ ਤਾਂ ਫਸ ਗਏ ਕੁਝ ਗੱਲਾਂ ਦੇ ਵਿੱਚ। ਗੁਰੂ ਨਾਨਕ ਦਾ ਵਿਹੜਾ ਬਹੁਤ ਖੁੱਲ੍ਹਾ ਸੀ, ਅਸੀਂ ਵਿੱਚ ਵਿੱਚ ਕੰਧਾਂ ਬਹੁਤ ਮਾਰ ਦਿੱਤੀਆਂ ਨੇ, ਛੋਟੇ ਛੋਟੇ ਡੱਬੇ ਬਣਾ ਕੇ ਰੱਖ ਦਿੱਤੇ। ਉਹਨਾਂ ਦਾ ਮਤਲਬ ਸੀ ਕਿ ਤਰੀਕੇ ਵਰਤ ਕੇ ਸੰਸਾਰ ਨੂੰ ਸ਼ਬਦ ਨਾਲ ਜੋੜਿਆ ਜਾਏ, ਕਿਸੇ ਵੀ ਤਰੀਕੇ ਨਾਲ। ਪਰ ਅਸੀਂ ਬੰਦ ਕਰ ਦਿੱਤਾ। ਤਾਂ ਉਹ ਵੇਸ ਪਾਇਆ ਤੇ ਵੇਸ ਲਾ ਦਿੱਤਾ। ਕਰਤਾਰਪੁਰ ਸਾਹਿਬ ਵਿੱਚ ਆ ਕੇ ਜਦੋਂ ਵਾਪਸ ਮੁੜੇ, ਕੱਪੜੇ ਲਾ ਦਿੱਤੇ, ਉਦਾਸੀ ਵਾਲੇ ਕੱਪੜੇ ਲਾ ਦਿੱਤੇ। ਮੰਜੀ ਬੈਠ ਕੀਆ ਅਵਤਾਰਾ, ਮੰਜੇ ਤੇ ਚੜ੍ਹ ਕੇ ਬਹਿ ਗਏ, ਪਹਿਲਾਂ ਜ਼ਮੀਨ ਤੇ ਬੈਠੇ ਰਹੇ, ਕਿਸੇ ਚੀਜ਼ ਨਾਲ ਬੱਝੇ ਹੋਏ ਨਹੀਂ। ਤੇ ਹਜ਼ੂਰ ਕਲਗੀਧਰ ਪਾਤਸ਼ਾਹ ਭਾਵੇਂ ਇੱਕ ਵੇਸ ਨਾਲ ਸੰਬੰਧਿਤ ਸਨ,
ਵੇਸ ਨਾਲ। ਇਸ ਦੇਸ਼ ਦਾ ਇੱਕ ਵੇਸ ਰਿਹਾ ਹੈ, ਹੋਰ ਕੋਈ ਪਾਬੰਦੀ ਨਹੀਂ ਇਹਦੇ ਉੱਤੇ। ਵੇਸ ਕਿਵੇਂ ਦਾ ਹੋਣਾ ਚਾਹੀਦਾ, ਪਹਿਰਾਵਾ ਕਿਵੇਂ ਦਾ ਹੋਣਾ ਚਾਹੀਦਾ, ਆਪੋ ਆਪਣੇ ਦੇਸ਼ ਨੇ। ਇਸ ਦੇਸ਼ ਦਾ ਇੱਕ ਵੇਸ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ। ਇੱਥੋਂ ਦਾ ਵੇਸ ਖੁੱਲ੍ਹਾ ਹੈ, ਲਹਿਰ ਦਾ ਹੈ। ਜਦੋਂ ਹਵਾ ਚੱਲਦੀ ਹੈ ਤੇ ਕੱਪੜੇ ਉੱਡਦੇ ਨੇ, ਲਹਿਰ ਦਾ ਉਹ ਵੇਸ। ਉਹਨੇ ਸਰੀਰ ਨੂੰ ਪਕੜਿਆ ਹੋਇਆ ਨਹੀਂ, ਉਹਨੇ ਸਰੀਰ ਨੂੰ ਘੁੱਟਿਆ ਹੋਇਆ ਨਹੀਂ। ਔਰ ਗੁਰੂ ਨਾਨਕ ਸਾਹਿਬ ਨੇ ਇੱਕ ਵਚਨ ਕੀਤਾ ਸ੍ਰੀ ਰਾਗ ਦੇ ਅੰਦਰ, ਬੜੇ ਪਿਆਰੇ ਲਫ਼ਜ਼ ਨੇ। ਉਹ ਕਹਿੰਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਨਦਾ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਜਿਹਨੂੰ ਪਹਿਨਣ ਨਾਲ ਮਨ ਵਿੱਚ ਵਿਕਾਰ ਚੱਲਦੇ ਨੇ ਆਪਣੇ ਵੀ, ਤੇ ਜਿਨ੍ਹਾਂ ਨੇ ਉਹ ਸਰੀਰ ਨੂੰ ਵੇਖ ਲਿਆ ਉਹ ਵੀ ਵਿਕਾਰੀ ਹੋ ਜਾਣਗੇ। ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਨਦਾ ਤਨ ਪੀੜੀਐ, ਸਰੀਰ ਕੱਸਿਆ ਜਾਂਦਾ ਹੈ। ਵੈਸੇ ਹੁਣ ਤਾਂ ਖੈਰ ਕਿਰਾਇਤ ਹੋ ਗਈ, ਹੁਣ ਤੇ ਗੁਰਦੁਆਰਿਆਂ ਦੇ ਵੀ ਵੇਸ ਤੁਸੀਂ ਵਹਿੰਦੇ ਹੀ ਹੋ। ਜਿੱਥੇ ਜਾ ਕੇ ਸਰੀਰਾਂ ਨੂੰ ਭੁੱਲਣਾ ਸੀ, ਉੱਥੇ ਕੱਪੜੇ ਇਸ ਤਰ੍ਹਾਂ ਦੇ ਪਾ ਕੇ ਚਲੇ ਗਏ ਬਈ ਲੋਕਾਂ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਘਟ ਰਿਹਾ ਤੇ ਉਹਨਾਂ ਸ਼ਖਸੀਅਤਾਂ ਵਿੱਚ ਜ਼ਿਆਦਾ ਚਲਾ ਗਿਆ, ਕਿਉਂਕਿ ਕੱਪੜੇ ਇਸ ਤਰ੍ਹਾਂ ਦੇ ਨੇ। ਕੀ ਕਰੋਗੇ? ਉਹ ਕਹਿੰਦੇ ਤੁਸੀਂ ਕੀ ਲੈਣਾ, ਤੁਸੀਂ ਦੇਖੋ ਨਾ। ਤੇ ਅੰਧੇ ਥੋੜੀ ਨੇ ਸਾਰੇ, ਅੱਖਾਂ ਨੇ, ਅੱਖ ਨੇ ਤਾਂ ਵੇਖਣਾ ਹੀ, ਅੱਖ ਨੇ ਤਾਂ ਵੇਖਣਾ ਜੋ ਕੁਝ ਸਾਹਮਣੇ ਆਵੇ। ਇਹ ਪਾਉਣ ਵਾਲੇ ਦਾ ਗੁਨਾਹ ਹੈ, ਵੇਖਣ ਵਾਲੇ ਦਾ ਨਹੀਂ। ਖਿਆਲ ਰੱਖਣਾ, ਕੁਝ ਚੀਜ਼ਾਂ ਅਸੀਂ ਗਲਤ ਲੈ ਲਈਆਂ। ਜਦੋਂ ਤੁਸੀਂ ਅੱਗ ਬਾਲਦੇ ਹੋ ਤੇ ਕਹੋ ਵੀ ਤੁਸੀਂ ਸੇਕ ਤੋਂ ਬਚ ਜਾਓ, ਤੁਹਾਨੂੰ ਕੀ, ਸੇਕ ਤਾਂ ਪੈਣੀ ਹੈ। ਤਾਂ ਜਿਹੜਾ ਗੁਰੂ ਸਾਹਿਬ ਨੇ ਇਸ ਦੇਸ਼ ਦੇ ਜਿਹੜੀ ਸਥਿਤੀ ਅਨੁਸਾਰ ਵੇਸ ਦਿੱਤਾ ਹੈ, ਉਹ ਵੇਸ ਖੁੱਲ੍ਹਾ ਹੈ। ਔਰ ਭੇਸ ਦਾ, ਡਰੈਸ ਦਾ, ਕੱਪੜਿਆਂ ਦਾ ਮਨ 'ਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਇਹ ਇੱਕ ਮਨੋਵਿਗਿਆਨ ਹੈ, ਤੁਸੀਂ ਕਰਕੇ ਦੇਖ ਲੈਣਾ। ਜਦੋਂ ਕੋਈ ਬਾਣੀ ਪੜ੍ਹਨੀ ਹੈ ਜਾਂ ਧਿਆਨ ਵਿੱਚ ਬਹਿਣਾ ਹੈ ਤਾਂ ਇੱਕ ਖੁੱਲ੍ਹਾ ਜਿਹਾ ਵਸਤਰ ਪਾ ਕੇ ਬੈਠਣਾ, ਕਦੀ ਬਿਲਕੁਲ ਖੁੱਲ੍ਹਾ ਹੋਵੇ, ਉਹਦਾ ਹੋਰ ਪ੍ਰਭਾਵ ਪਏਗਾ ਮਨ 'ਤੇ। ਮਨ ਦੀ ਤਸਵੀਰ, ਅਵਸਥਾ ਹੋਰ ਤਰ੍ਹਾਂ ਦੀ ਬਣੇਗੀ। ਇੱਕ ਹੋਰ ਤਰੀਕਾ ਹੈ, ਉੱਤੇ ਇੱਕ ਵੱਡਾ ਸਾਰਾ ਚਾਦਰਾ ਓढ़ ਕੇ ਬੈਠ ਜਾਣਾ ਸਰੀਰ ਉੱਤੇ। ਚਾਦਰਾ ਓढ़ ਲੈਣਾ ਜਿਹੜਾ ਸਾਰੇ ਸਰੀਰ ਨੂੰ ਢੱਕ ਲਵੇ। ਇਕਾਗਰਤਾ ਹੋਰ ਵੱਧ ਜਾਏਗੀ, ਫਰਕ ਪਏਗਾ ਉਹਦੇ ਵਿੱਚ ਹੋਰ ਅਸਰ ਪਵੇਗਾ। ਇੱਕ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਕੱਪੜੇ ਇਸ ਤਰ੍ਹਾਂ ਦੇ ਪਾ ਕੇ ਬਹਿਣਾ ਜਿਹੜੇ ਸਰੀਰ ਦੇ ਨਾਲ ਚਿਪਕੇ ਹੋਏ ਨੇ, ਉਸ ਤਰ੍ਹਾਂ ਬਹਿ ਕੇ ਵੇਖਣਾ। ਮਨ ਦੀਆਂ ਤਰੰਗਾਂ, ਵਿਚਾਰ ਹੋਰ ਤਰ੍ਹਾਂ ਦੇ ਹੋਣਗੇ, ਮਨ ਖਿੰਡੇਗਾ। ਵੇਸ ਦਾ ਬੰਦੇ ਦੇ ਜੀਵਨ ਤੇ ਬਿਲਕੁਲ ਪ੍ਰਭਾਵ ਹੈ। ਖਿਆਲ ਰੱਖਣਾ, ਖਾਣ ਪੀਣ ਦਾ, ਪਹਿਨਣ ਦਾ, ਵੇਖਣ ਦਾ, ਸੁਣਨ ਦਾ, ਬੋਲਣ ਦਾ, ਕੰਮ ਕਰਨ ਦਾ ਬੰਦੇ ਦੇ ਮਨ ਤੇ ਡਾਇਰੈਕਟ ਸਿੱਧਾ ਪ੍ਰਭਾਵ ਹੈ। ਉਹ ਕੰਮ ਕਿੱਥੇ ਕਰਦਾ ਹੈ, ਉਹ ਬੋਲਦਾ ਕਿਹਦੇ ਕਿਹਦੇ ਨਾਲ, ਉਹ ਵੇਖਦਾ ਕਿਹਨੂੰ ਕਿਹਨੂੰ ਹੈ, ਸੁਣਦਾ ਕਿਹਨੂੰ ਹੈ, ਪਹਿਨਦਾ ਕਿਵੇਂ ਦਾ ਹੈ, ਵਰਤਾਵ ਕਿਵੇਂ ਦਾ, ਸਿੱਧਾ ਪ੍ਰਭਾਵ ਹੈ ਉਸ ਮਨੁੱਖ ਦੇ ਉੱਤੇ। ਜੇ ਇਹ ਦਰੁਸਤ ਨਹੀਂ, ਆਸ ਨਾ ਕਰਨਾ ਕਦੀ ਸ਼ਬਦ ਅੰਦਰ ਟਿਕ ਜਾਏਗਾ। ਜੇ ਠੀਕ ਨਹੀਂ, ਗੁਰੂ ਅਨੁਸਾਰ ਨਹੀਂ। ਜਿੱਥੇ ਜਾ ਕੇ ਇਹ ਵਿਆਖਿਆ ਕੀਤੀ ਨਾ ਵੀ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ, ਉਹ ਬ੍ਰਹਮ ਗਿਆਨੀ ਦੀ ਦਸ਼ਾ ਹੈ। ਉਹ ਬ੍ਰਹਮ ਗਿਆਨ ਦੀ ਅਖੀਰਲੀ ਦਸ਼ਾ ਹੈ, ਜਿੱਥੇ ਜੇਤਾ ਦੇਖਣ ਤੇਤਾ ਧਿਆਨ। ਉਹ ਤੇ ਉਹਦੀ ਗੱਲ ਹੈ, ਉਹ ਤੇ ਉਹਦੀ ਅਵਸਥਾ ਹੈ। ਜਿਵੇਂ ਇੱਕ ਆਦਮੀ ਦੀ ਉਮਰ 40 ਸਾਲ ਦੀ ਹੋ ਗਈ, 45 ਸਾਲ ਦੀ, ਸਰੀਰ ਤਕੜਾ ਹੈ, ਤਾਕਤਵਰ ਹੈ, ਬਾਹਰ ਕੋਰਾ ਪੈ ਰਿਹਾ, ਬਰਫ਼ ਜੰਮ ਰਹੀ ਹੈ, ਕੱਪੜੇ ਲਾ ਕੇ ਵੀ ਨਿਕਲ ਜਾਏ, ਸਰੀਰ ਤਕੜਾ, ਕੋਈ ਪਰਵਾਹ ਨਹੀਂ, ਕੋਈ ਅਸਰ ਨਹੀਂ ਪਏਗਾ, ਤਾਕਤਵਰ ਹੈ। ਪਰ ਜੇ ਕੋਈ 2 ਮਹੀਨੇ ਦਾ ਜਾਂ 20 ਦਿਨਾਂ ਦਾ ਨਵ ਜਨਮਿਆ ਬੱਚਾ, ਉੱਥੇ ਮੂਰਖਤਾ ਕਰ ਲਈ ਜਾਏ ਵੀ ਇਸ ਬੱਚੇ ਦੇ ਵੀ ਵਸਤਰ ਲਾ ਕੇ ਇਹਨੂੰ ਬਾਹਰ ਥੋੜ੍ਹਾ ਜਿਹਾ ਗੇੜਾ ਲਵਾ ਦਿਓ ਠੰਡੀ ਹਵਾ ਵਿੱਚ, ਕੀ ਹੋਏਗਾ ਉਸਦਾ? ਉਹਦੇ ਕੀ ਅਸਰ ਹੋਣਗੇ? ਉਹਦੇ ਅਸਰ ਉਹਦੀ ਮੌਤ ਹੈ। ਤਾਂ ਜਿੱਥੇ ਅਸੀਂ ਚੱਲ ਰਹੇ ਹਾਂ ਜੀਵ ਕੋਟੀ ਵਿੱਚ, ਜਿੱਥੇ ਅਸੀਂ ਜਿਉਂ ਰਹੇ ਹਾਂ,
ਇੱਥੇ ਇਹ ਬ੍ਰਹਮ ਗਿਆਨ ਘੁੱਟਣਾ ਵੀ ਇਹਦਾ ਕੋਈ ਅਸਰ ਨਹੀਂ। ਵੇਖੋ ਜੋ ਮਰਜ਼ੀ ਸਾਰਾ ਦਿਨ ਸਾਰੀ ਸੀਰੀਅਲ ਦੇਖੋ, ਕੰਨਾਂ ਨੂੰ ਫੋਨ ਲਾ ਕੇ ਸੁਣਦੇ ਰਹੋ, ਨਾਵਲ ਪੜ੍ਹਦੇ ਰਹੋ, ਜੋ ਮਰਜ਼ੀ ਖਾਓ, ਪਾਰਟੀਆਂ ਵਿੱਚ ਜਾ ਕੇ ਨਾਚ ਰੰਗ ਕਰ ਲਓ, ਫਿਰ ਆ ਕੇ ਕਹਿੰਦੇ ਪੜ੍ਹ ਲਓ ਸੁਖਮਣੀ ਸਾਹਿਬ। ਉਹ ਕਹਿੰਦੇ ਉਹ ਤੇ ਸਰੀਰ ਦਾ ਧਰਮ ਹੈ ਨਾ, ਬਾਣੀ ਤੇ ਮਨ ਨਾਲ ਹੀ ਪੜ੍ਹਨੀ ਹੈ। ਇਹ ਇਸ ਤਰ੍ਹਾਂ ਦੀ ਮੂਰਖਤਾ ਹੈ ਜਿਵੇਂ ਇੱਕ 20 ਦਿਨਾਂ ਦੇ ਬੱਚੇ ਨੂੰ 40 ਸਾਲ ਦੇ ਮਨੁੱਖੀ ਸਰੀਰ ਦੇ ਨਾਲ ਤੁਲਨਾ ਦੇ ਕੇ ਉਸ ਤਰ੍ਹਾਂ ਦੇ ਕਰਮ ਕਰ ਦੇਣੇ। ਇਸ ਕਰਕੇ ਇਹਦਾ ਪ੍ਰਭਾਵ ਹੈ। ਇਹ ਤੇ ਮਰਿਆਦਾ ਹੈ, ਹੋਰ ਕੀ ਹੈ। ਮਰਿਆਦਾ ਤਾਂ ਹੀ ਪਾਲਣੀ ਹੈ ਕਿ ਸਾਡਾ ਅੰਦਰ ਹੀ ਅਜੇ ਬੜਾ ਕਮਜ਼ੋਰ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨਮਸਤੰ ਆਪੇਸੇ। ਜਦੋਂ ਕੋਈ ਮਨੁੱਖ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਫਿਰ ਉਹਦੇ ਉੱਤੇ ਵੇਸ ਦਾ ਪ੍ਰਭਾਵ ਨਹੀਂ। ਉਹਦੇ ਤੋਂ ਪਹਿਲਾਂ ਆਦਮੀ ਨੂੰ ਵੇਸ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ ਹੈ, ਵੇਸ ਵਿੱਚ ਰਹਿਣਾ ਚਾਹੀਦਾ। ਜੇ ਪਹਿਲਾਂ ਵੇਸ ਤੋਂ ਬਾਹਰ ਹੋ ਗਿਆ, ਫਿਰ ਤੇ ਇਸ ਤਰ੍ਹਾਂ ਦੀ ਕਹਾਣੀ ਹੈ ਕਿ ਰੁੱਖ ਉੱਗਿਆ, ਪੱਤੇ ਝੜ ਗਏ, ਫਲ ਕਿੱਥੋਂ ਲੱਗੇਗਾ। ਪਰ ਫਲ ਆਉਣ ਤੋਂ ਬਾਅਦ ਪੱਤੇ ਬਹੁਤੇ ਕੰਮ ਦੇ ਨਹੀਂ, ਪਰ ਫਿਰ ਵੀ ਕੀ ਲੋੜ ਹੈ, ਉਹ ਚੰਗੇ ਲੱਗਦੇ ਨੇ। ਫਲ ਲੱਗੇ ਹੋਣ, ਤੁਸੀਂ ਵੇਖਿਆ ਹੋਵੇਗਾ ਜਦੋਂ ਕੋਈ ਗੁਰੂ ਨਾਲ ਸਾਂਝ ਪਾ ਵੀ ਲਵੇ, ਕਾਮਯਾਬ ਹੋ ਵੀ ਜਾਵੇ, ਮਰਿਆਦਾ ਉਦੋਂ ਵੀ ਰਵੇ, ਚੰਗੀ ਰਹੇਗੀ, ਚੰਗੀ ਲੱਗੇਗੀ। ਜੇ ਕਿਸੇ ਰੁੱਖ ਨੂੰ ਅੰਬ ਲੱਗ ਗਏ ਤਾਂ ਪੱਤੇ ਲੱਗੇ ਨੇ ਤੇ ਕੀ ਗਲਤ ਹੈ, ਲੱਗੇ ਰਹਿਣੇ ਚਾਹੀਦੇ ਨੇ, ਸੋਹਣਾ ਲੱਗਦਾ ਉਹ ਅੰਬ ਦਾ ਰੁੱਖ। ਜੇ ਕੋਈ ਸਿੱਖ ਸਿੱਖੀ ਵਿੱਚ ਨਿਪੁੰਨ ਹੋ ਗਿਆ ਤਾਂ ਉਹ 5 ਕਕਾਰੀ ਰਵੇ, ਉਹ ਮਰਿਆਦਾ ਧਾਰਨ ਕਰਕੇ ਰੱਖੇ, ਚੰਗਾ ਲੱਗੇਗਾ, ਸੋਹਣਾ ਲੱਗੇਗਾ। ਕਿ ਉਸ ਅੰਬ ਨੂੰ ਗੰਜਾ ਨਹੀਂ ਕਰਨਾ ਚਾਹੀਦਾ, ਭਾਵੇਂ ਉਹਦੇ ਫਲ ਪੱਕਣ ਦੇ ਨੇੜੇ ਚਲੇ ਜਾਣ ਤਾਂ ਉਹਦੇ ਪੱਤੇ ਫਿਰ ਵੀ ਰਹਿਣੇ ਚਾਹੀਦੇ। ਗੁਰੂ ਸਾਹਿਬ ਨੇ ਜੋ ਸਿਖਾਇਆ ਵੀ ਜਿੱਥੋਂ ਤੱਕ ਮਰਜ਼ੀ ਸਿੱਖ ਚਲਾ ਜਾਏ, ਉਹ ਮਰਿਆਦਾ ਨੂੰ ਤਿਆਗੇ ਨਾ, ਮਰਿਆਦਾ ਦੇ ਵਿੱਚ ਰਵੇ। ਇਸ ਕਰਕੇ ਕਹਿੰਦੇ ਨਮਸਤੰ ਅਭੇਸੇ, ਤੈਨੂੰ ਨਮਸਕਾਰ ਹੈ। ਤੂੰ ਕਿਸੇ ਵੇਸ ਤੋਂ ਪ੍ਰਭਾਵਿਤ ਵੀ ਨਹੀਂ ਹੁੰਦਾ। ਇਹਦੇ ਇਹ ਵੀ ਅਰਥ ਨੇ। ਕੋਈ ਕੱਪੜੇ ਪਾ ਕੇ ਤੈਨੂੰ ਖੁਸ਼ ਕਰਨ ਦਾ ਯਤਨ ਕਰੇ ਜਾਂ ਕੱਪੜੇ ਲਾ ਕੇ ਖੁਸ਼ ਕਰਨ ਦਾ ਯਤਨ ਕਰੇ, ਦੋਵਾਂ ਨਾਲ ਤੂੰ ਪ੍ਰਭਾਵਿਤ ਨਹੀਂ ਹੁੰਦਾ। ਉਹਦੀ ਤਾਂ ਅਵਸਥਾ ਐਸੀ, ਨਾ ਉਹ ਖਵਾਇਆ ਖੁਸ਼ ਹੁੰਦਾ, ਨਾ ਖਵਾਇਆ ਹੁੰਦਾ। ਕੀ ਕਰੋਗੇ? ਬੜਾ ਅਜੀਬ ਹੈ। ਨਾ ਉਹਨੂੰ ਤੁਸੀਂ ਕੁਝ ਭੇਟਾ ਕਰੋ ਤਾਂ ਖੁਸ਼ ਹੈ, ਜੇ ਨਾ ਕਰੋ ਤਾਂ ਵੀ ਖੁਸ਼ ਨਹੀਂ ਹੁੰਦਾ। ਕੀ ਕਰਨ ਵਾਲਾ ਹੈ? ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਉਹ ਕਿਹੜੀ ਚੀਜ਼ ਜਿਹਦੇ ਨਾਲ ਤੂੰ ਖੁਸ਼ ਹੋ ਜਾਣਾ? ਹਜ਼ੂਰ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਮ, ਵਡਿਆਈ ਵਿਚਾਰ। ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ ਗੁਰੂ ਸਾਹਿਬ ਨੇ। ਨਹੀਂ ਤੇ ਜਿਹੜਾ ਵਡਿਆਈ ਕਰਦਾ ਉਹਦੇ ਵਿੱਚ ਵਿਚਾਰ ਨਹੀਂ ਰਹਿੰਦੀ, ਜਿਹੜਾ ਵਿਚਾਰ ਕਰਦਾ ਉਹਦੇ ਵਿੱਚ ਵਡਿਆਈ ਨਹੀਂ। ਇਹਨਾਂ ਦੋਵਾਂ ਨੂੰ 50-50% ਪਲੱਸ ਕਰਨਾ। ਜੇ ਕੱਲੀ ਵਿਚਾਰ ਆ ਜਾਏਗੀ, ਬੰਦਾ ਸੜ ਬਲ ਜਾਏਗਾ। ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਥ ਭਵਿਆ ਤੇ ਤੂੰ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ। ਕੱਲੀ ਮਰਿਆਦਾ, ਕੱਲੀ ਸਮਝ, ਕੱਲੀ ਵਿਚਾਰ। ਤੇ ਜੇ ਕੱਲੀ ਆ ਜਾਏਗੀ, ਵਡਿਆਈ ਸਿਫਤ ਕਰੀ ਜਾਣੀ, ਵਿਚਾਰ ਕੋਈ ਨਹੀਂ, ਜ਼ਿੰਦਗੀ ਵਿੱਚ ਚੇਂਜ ਨਹੀਂ ਆਏਗਾ ਬਹੁਤ ਜਲਦੀ। ਗਾਉਂਦੇ ਰਹੋ ਸਾਰੀ ਉਮਰ, ਝੂਮਦੇ ਰਹੋ, ਕਰੀ ਜਾਓ, ਵਿਚਾਰ ਨਹੀਂ ਹੈ। ਵਡਿਆਈ ਤਾਂ ਹੈ, ਉਸਤਤ ਤਾਂ ਹੈ, ਕੀਰਤਨ ਤੇ ਹੋ ਰਿਹਾ, ਝੂਮ ਤਾਂ ਰਹੇ ਹਾਂ, ਪਰ ਜੋ ਕੁਝ ਬੋਲ ਰਹੇ ਹਾਂ ਉਹਦਾ ਪਤਾ ਹੀ ਨਹੀਂ ਉਹ ਕੀ ਹੈ। ਝੂਮੀ ਜਾ ਰਹੇ ਹਾਂ, ਸਾਜ਼ ਵੱਜਦੇ ਨੇ। ਤਾਂ ਇਹ ਕੱਲੀ ਵਡਿਆਈ ਹੈ। ਇਹ ਕੱਲੀ ਵਡਿਆਈ ਵੀ ਕੰਮ ਨਹੀਂ। ਹਾਂ, ਮੈਂ ਇਹ ਸ਼ਬਦ ਨਾ ਕਹਾਂ ਵੀ ਕੱਲੀ ਵਡਿਆਈ ਕੰਮ ਆਉਂਦੀ ਹੈ ਕਿਸੇ ਕਿਸੇ ਹਜ਼ਾਰਾਂ ਵਿੱਚੋਂ ਇੱਕ ਬੰਦੇ ਦੇ, ਉਹ ਵੀ ਉਸ ਦੇ ਜਿਹਨੇ ਪਹਿਲਾਂ ਕਦੀ ਮੁੱਦਤ ਪਹਿਲਾਂ ਵਿਚਾਰ ਕੀਤੀ ਹੁੰਦੀ ਹੈ। ਦੂਜੇ ਦੇ ਵਡਿਆਈ ਕੰਮ ਨਹੀਂ ਆਉਂਦੀ। ਜੇ ਕਿਸੇ ਭਗਤ ਦੇ ਸਿੱਧੀ ਵਡਿਆਈ ਕੰਮ ਆ ਗਈ ਨਾ, ਉਹਨੇ ਉਸਤਤ ਕੀਤੀ। ਤੁਸੀਂ ਕਈ ਵਾਰੀ
कई गुरमुखां नूं वਹਿੰਦੇ हो, ना टीका पढ़िया, ना ग्रामर पढ़ी, कुछ नहीं पढ़िया, सीधी बाणी पढ़ी, अर्थ खुलन लग पे। की समझते? ਇਹਦੇ अर्थ की होणगे? सीधा आ गए अर्थ? सीधे अर्थ आ गए? नहीं आ सकते। सीधे अर्थ नहीं आ सकते। किते ना किते पहले शरीर विच किसे ना किसे थां ते उस शरीर उस मन ने किते ना किते गुरु की गल पढ़ी सुनी है। वो अंदर जम्मी हुई सी, अंदर पई हुई सी, तो वो उत्ते क्लिक हो गया। जदों उन्होंने पढ़िया अर्थ बाहर आने शुरू हो गए, सामने आ गए। एवें थोड़ी आउणगे। किवें इत्थे बटेरा पैर थले नहीं आएगा, कोई करना पेगा। तो जो कुछ हुंदा है कराया भावें गुरु ने, पर वो करन नाल ही हुंदा है, कराउंदा गुरु है। तो इस तरह के आलसी धर्म का गुरु साहब ने किते भी वर्णन नहीं किया भी तुसी समो खा पी के मौज करो, आराम करो, तुहाडे गुरु ने भगती की हुई, आपे सर जाएगा। करना आदमी ने आप है, उन्होंने खुद करना पेगा। इस करके कहते ने नमस्तंग अपेसे, किसे वेश दे नाल भी वो खुश नहीं होता, किसे कर्म नाल खुश नहीं होता। ना तू आवे वश बहुत सियाणप है, ना तू आवे वश बहुता दान दे, ना तू आवे वश तीर्थ नहाइए, ना तू आवे वश धरती धाइए। फिर काहदे नाल वश विच आउंदा? हजूर कहंदे तू भगतां कै वश, इक्को चीज़ नाल तू वश विच आउना, भगतां दे, उन्हां दे वश विच आउना। वैसे कोई तरीका है ही नहीं। ਤਾਂ ਇਹਦੇ ਤੇ ਜ਼ੋਰ ਦਿੱਤਾ ਗਿਆ ਤੁਸੀਂ ਸਿੱਧਾ ਉਹਨੂੰ ਵਸ ਵਿੱਚ ਕਰਨ ਦਾ ਯਤਨ ਨਾ ਕਰੋ, ਤਾਂ ਤੁਸੀਂ ਸਾਧ ਸੰਗਤ ਕਰੋ, ਇਹਦੇ ਰਾਹੀਂ ਹੋਵੇਗਾ, ਵੈਸੇ ਨਹੀਂ ਹੋਵੇਗਾ, ਕਦੇ ਨਹੀਂ ਹੋਵੇਗਾ। ਸਮਾਂ ਲਾਉਣਾ ਜਿੰਨਾ ਲਾ ਸਕਦੇ ਹੋ ਚੰਗੀ ਗੱਲ ਹੈ, ਪ੍ਰੈਕਟਿਸ ਹੋ ਸਕਦੀ ਹੈ। ਤਾਂ ਇਹ ਜਿਹੜਾ ਧਰਮ ਹੈ ਕੋਈ ਸਿੱਧਾ ਬੁੱਧੀ ਨਾਲ ਨਹੀਂ ਸਮਝਿਆ ਜਾ ਸਕਦਾ। ਬੜੇ ਬੁੱਧੀਮਾਨਾਂ ਨੇ ਧਰਮ ਨੂੰ ਸਮਝਣ ਦਾ ਯਤਨ ਕੀਤਾ, ਤਾਂ ਇਹ ਸਮਝਿਆ ਘਟ ਜਾ ਸਕਦਾ ਹੈ। ਇੱਕ ਦੂਜੇ ਦੇ ਵਿੱਚੋਂ ਸਰੀਰਾਂ ਦੇ ਰਾਹੀਂ ਇੱਕ ਦੂਜੇ ਨੂੰ ਰੰਗ ਲੱਗਣਾ ਜਿਹਨੂੰ ਕਹਿੰਦੇ ਨੇ, ਉਹ ਜ਼ਿਆਦਾ ਵਾਪਰਦਾ ਹੈ। ਇਸ ਕਰਕੇ ਸਾਧ ਸੰਗਤ ਵਸੀਲਾ ਸੀ। ਸਿੱਧਾ ਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਨੂੰ, ਤੁਹਾਡੀ ਭਗਤੀ ਦੇ ਬੇਸ ਆਧਾਰ ਕੀ ਨੇ? ਸਤਿਗੁਰੂ ਨੇ ਦੋ ਦੱਸੇ ਸਨ, ਇੱਕ ਗੁਰ ਸੰਗਤ, ਇੱਕ ਬਾਣੀ। ਗੁਰ ਸੰਗਤ ਦਾ ਮਤਲਬ ਇਹ ਸੀ ਕਿ ਬਾਣੀ ਦਾ ਮਤਲਬ ਸੀ ਸ਼ਬਦ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇ ਸੰਗਤ ਦਾ ਮਤਲਬ ਸੀ ਕਿ ਇਹ ਜਿਹੜਾ ਸ਼ਬਦ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਇਹ ਸਿੱਧਾ ਨਹੀਂ ਕਿਸੇ ਦੇ ਜੀਵਨ ਵਿੱਚ ਪ੍ਰਵੇਸ਼ ਕਰ ਸਕਦਾ। ਉਹਨੂੰ ਵਿੱਚ ਪੰਜ ਪਿਆਰਿਆਂ ਦਾ ਕਨਸੈਪਟ ਤਾਂ ਦਿੱਤਾ ਕਿ ਸ਼ਬਦ ਕਿਵੇਂ ਜਾਏ ਅੰਦਰ, ਉਹ ਪੰਜਾਂ ਨੇ ਦੇ ਦਿੱਤਾ। ਫਿਰ ਉਸ ਤੋਂ ਬਾਅਦ ਉਹ ਸ਼ਬਦ ਵਿਕਾਸ ਕਿਵੇਂ ਕਰੇ? ਪੰਜਾਂ ਨੇ ਤੇ ਅੰਦਰ ਭੇਜਣਾ ਸੀ, ਸਿਰਫ ਉਹਨਾਂ ਨੇ ਤੇ ਬੀਜ ਪਾਉਣਾ ਸੀ ਨਾ। ਪੰਜ ਪਿਆਰੇ ਤਾਂ ਸਿਰਫ ਉਹ ਤਾਂ ਡਰਿੱਲ ਲੈ ਕੇ ਆਏ, ਬੀਜ ਉਹਨਾਂ ਪਾ ਦਿੱਤਾ ਸਿੱਖ ਦੇ ਸਰੀਰ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਤੋਂ ਲਿਆ ਸ਼ਬਦ ਨਾਮ ਤੇ ਸਿੱਖ ਦੇ ਸਰੀਰ ਦੇ ਵਿੱਚ ਪਹੁੰਚਾ ਦਿੱਤਾ, ਉਹਨਾਂ ਤੇ ਬੀਜ ਪਾਉਣਾ ਸੀ ਸਿਰਫ। ਹੁਣ ਬੀਜ ਨੂੰ ਪਾਲਣਾ ਕਿੰਨੇ ਹੈ? ਉਹਨੇ ਉਗਣਾ ਵੀ, ਉਹਨੂੰ ਰਾਖੀ ਕਰਨ ਵਾਲਾ ਵੀ ਚਾਹੀਦਾ, ਉਹਨੂੰ ਪਾਣੀ ਚਾਹੀਦੀ, ਉਹਨੂੰ ਸਪਰੇਅ ਚਾਹੀਦੀ, ਉਹਦੀ ਰਾਖੀ ਹੋਣੀ ਹੈ। ਕੌਣ ਕਰੇਗਾ? ਉੱਥੇ ਚਾਹੀਦੀ ਸਾਧ ਸੰਗਤ, ਉੱਥੇ ਲੋੜ ਪੈ ਗਈ। ਫਿਰ ਸਾਧ ਸੰਗਤ ਦਾ ਰੂਪ। ਇਹ ਤਿੰਨ ਚੀਜ਼ਾਂ ਜਿੱਦਣ ਸਾਡੀ ਸਮਝ ਵਿੱਚ ਇੱਕਦਮ ਆ ਗਈਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਸ਼ਬਦ ਪੰਜ ਪਿਆਰਿਆਂ ਰਾਹੀਂ ਸਿੱਖ ਵਿੱਚ ਟਿਕੀ, ਤੇ ਫਿਰ ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਇਹ ਤੀਜਾ ਹਿੱਸਾ ਵੀ ਅਸੀਂ ਕੀਤਾ। ਇਹ ਤਿੰਨ ਚੀਜ਼ਾਂ ਇਕੱਠੀਆਂ ਹੋਣਗੀਆਂ ਤਾਂ ਸਾਰਾ ਕੰਮ ਸ਼ੁਰੂ ਹੋਵੇਗਾ। ਨਹੀਂ ਤੇ ਸਿੱਧਾ ਅਸੀਂ ਕਹਿੰਦੇ ਹਾਂ ਅਸੀਂ ਸਿੱਖ ਹਾਂ ਗੁਰੂ ਦੇ, ਬਸ ਗੁਰੂ ਵੀ ਕਹਿੰਦਾ ਠੀਕ ਹੈ। ਗੁਰੂ ਨੂੰ ਵੀ ਇਹ ਜ਼ਰੂਰਤ ਪਈ ਕਿ ਤੈਨੂੰ ਸਿੱਖ ਦੀ ਸੰਗਤ ਚਾਹੀਦੀ।
ਇਸ ਕਰਕੇ ਭਾਈ ਬਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇੱਕ ਚੀਜ਼ ਮੰਗਦੇ ਨੇ। ਜਦੋਂ ਉਹਨਾਂ ਨੇ ਕਿਹਾ ਬਿਧੀ ਚੰਦਾ ਤੂੰ ਸਾਡਾ ਸੀਨਾ ਹੈ, ਦੱਸ ਤੈਨੂੰ ਕੀ ਚਾਹੀਦਾ ਹੈ। ਉਹਨਾਂ ਨੇ 3 ਚੀਜ਼ਾਂ ਮੰਗੀਆਂ ਸਨ। ਕਹਿਣ ਲੱਗੇ ਨਾਮ ਦਾ ਰੰਗ, ਨਾਮ ਦਾ ਰੰਗ ਦਿਓ। ਫਿਰ ਉਹਨਾਂ ਨੇ ਮੰਗਿਆ ਨਿਸ਼ਚਾ ਅਭੰਗ, ਮੈਨੂੰ ਅੰਦਰ ਨਿਸ਼ਚਾ ਦ੍ਰਿੜਤਾ ਦੇ ਦਿਓ। ਫਿਰ ਕਿਹਾ ਸਾਧ ਦਾ ਸੰਗ, ਇਹ 3 ਚੀਜ਼ਾਂ ਲਿਖੀਆਂ ਹੋਈਆਂ ਨੇ ਇਤਿਹਾਸ ਵਿੱਚ। ਸਾਧ ਦਾ ਸੰਗ ਦਿਓ, ਸਿੱਖ ਦੀ ਸੰਗਤ ਦਿਓ। ਹੁਣ ਜੇ ਇੱਥੇ ਸਾਧ ਦਾ ਅਰਥ ਗੁਰੂ ਹੁੰਦਾ ਤੇ ਗੁਰੂ ਤੇ ਸਾਹਮਣੇ ਖੜੇ ਨੇ ਗੁਰੂ ਹਰਗੋਬਿੰਦ ਸਾਹਿਬ। ਸਾਧ ਦਾ ਅਰਥ ਇੱਥੇ ਸਿੱਖ ਦੀ ਸੰਗਤ ਹੈ, ਉਹਦੀ ਜ਼ਰੂਰਤ ਹੈ ਸਿੱਖ ਨੂੰ, ਨਹੀਂ ਤਾਂ ਉਹ ਰਾਹ ਵਿੱਚ ਰਹਿ ਜਾਏਗਾ। ਭਾਵੇਂ ਕਿ ਉਸ ਸਿੱਖ ਦੇ ਵਿੱਚ ਵੀ ਗੁਰੂ ਵਰਤਦਾ, ਉਸ ਸਿੱਖ ਦੀ ਆਪਣੀ ਹੋਂਦ ਕੋਈ ਨਹੀਂ, ਪਰ ਉਹ ਵਸੀਲਾ ਤਾਂ ਹੈ, ਉਹ ਮਾਧਿਅਮ ਤਾਂ ਹੈ। ਇਸ ਕਰਕੇ 3 ਚੀਜ਼ਾਂ ਨੇ। ਸਤਿਗੁਰੂ ਕਹਿੰਦੇ ਹੋਰ ਕਿਸੇ ਵੀ ਭੇਸ ਨਾਲ ਤੂੰ ਖੁਸ਼ ਨਹੀਂ ਹੁੰਦਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾਂ। ਸਾਰਿਆਂ ਕਰਮਾਂ ਨੂੰ ਕੱਟਣ ਦੀ ਇੱਕ ਦਵਾਈ ਹੈ ਸਾਧ ਸੰਗਤ। ਅਗਲੇ ਜਿਹੜੇ ਉਪਦੇਸ਼ ਬਖਸ਼ਿਸ਼ ਕੀਤੇ, ਕਹਿੰਦੇ ਨਮਸਤੰ ਨਿਰਧਾਮੇ। ਧਾਮ ਕਹਿੰਦੇ ਨੇ ਘਰ ਨੂੰ। ਤੇਰਾ ਕੋਈ ਇੱਕ ਘਰ ਨਹੀਂ, ਬਸ ਜਿਸ ਘਰ ਵਿੱਚ ਤੈਨੂੰ ਚੇਤੇ ਕੀਤਾ ਜਾਂਦਾ ਹੈ ਉੱਥੇ ਤੂੰ ਪਹੁੰਚ ਜਾਂਦਾ ਹੈ, ਉੱਥੇ ਤੂੰ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਨੇ ਬਚਨ ਕੀਤੇ। ਪੁੱਛਿਆ ਸਿੱਖਾਂ ਨੇ ਰੱਬ ਕਿਹੜੇ ਘਰ ਵਿੱਚ ਆਉਂਦਾ ਹੈ, ਕਿਵੇਂ ਦੇ ਮਕਾਨ ਵਿੱਚ ਰਹਿੰਦਾ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਫਿਰ ਦੋਵੇਂ ਗੱਲਾਂ ਆ ਗਈਆਂ, ਕੀਰਤ ਤੇ ਕਰਤੇ ਕਾ ਹੋਏ ਵਿਚਾਰੋ ਇਕੱਠੀਆਂ ਆ ਗਈਆਂ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਮਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਜਿਸ ਘਰ ਵਿੱਚ ਤੇਰਾ ਕੀਰਤਨ ਹੁੰਦਾ ਹੈ, ਜਿਸ ਸਰੀਰ ਵਿੱਚ ਤੇਰਾ ਕੀਰਤਨ ਹੁੰਦਾ ਹੈ, ਤੂੰ ਉੱਥੇ ਆ ਜਾਂਦਾ ਹੈ। ਉਹ ਸਰੀਰ ਤੇਰਾ ਘਰ ਬਣ ਜਾਂਦਾ ਹੈ। ਉੱਥੇ ਉਹ ਕੀਰਤਨ ਤੇਰੀ ਖੁਰਾਕ ਰੋਜ਼ ਬਣਦੀ ਏ, ਤੂੰ ਉਹਨੂੰ ਖਾਂਦਾ ਹੈ। ਤੂੰ ਉਸ ਸਿੱਖ ਦਾ, ਉਸ ਸਰੀਰ ਦਾ ਆਸ਼ਿਕ ਹੋ ਜਾਂਦਾ ਹੈ। ਤੂੰ ਉਹਦੇ ਪਿੱਛੇ ਤੁਰਨਾ ਹੈ, ਤੂੰ ਉਹਦੇ ਨਾਲ ਪਿਆਰ ਕਰਨਾ ਹੈ। ਕਿਹਦੇ ਨਾਲ? ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਉੱਥੇ ਫਿਰ ਬੈਠ ਕੇ ਤਿਤ ਘਰ ਗਾਵੋ ਸੋਹਿਲਾ, ਤੁਸੀਂ ਉੱਥੇ ਬੈਠ ਕੇ ਸੋਹਲੇ ਗਾਉਂਦੇ ਹੋ, ਗੀਤ ਗਾਉਂਦੇ ਹੋ, ਉੱਥੇ ਆਨੰਦ ਮਾਣਦੇ ਹੋ। ਉਹਦਾ ਘਰ ਹੋਰ ਕੋਈ ਨਹੀਂ, ਉਹ ਕਿਸੇ ਪੱਥਰ ਦੇ ਘਰ ਦੇ ਵਿੱਚ ਬੱਝਾ ਹੋਇਆ ਨਹੀਂ ਹੈ। ਹਾਂ, ਉਹਨਾਂ ਪੱਥਰਾਂ ਵਿੱਚ ਵੀ ਤੂੰ ਜਾਨ ਪਾ ਦੇਣਾ ਹੈ, ਜਿਨ੍ਹਾਂ ਪੱਥਰਾਂ ਦੇ ਵਿੱਚ ਉਹ ਸਰੀਰ ਵਿਚਰਦੇ ਨੇ, ਜਿਨ੍ਹਾਂ ਦੇ ਵਿੱਚ ਤੇਰਾ ਨਿਵਾਸ ਸਿਫਤ ਸਲਾਹ ਵਸੀ ਹੋਈ ਹੈ। ਦੁਨੀਆ ਵਿੱਚ ਬੜੇ ਮੰਦਰ ਨੇ, ਬੜੇ ਸੋਹਣੇ ਸੋਹਣੀ ਕਲਾ ਨਾਲ ਬਣੇ ਹੋਏ ਨੇ, ਪਰ ਕਿਸੇ ਪੱਥਰ ਵਿੱਚ ਜਾਨ ਪੈ ਗਈ ਹੋਵੇ, ਕਿਸੇ ਥਾਂ ਦੇ ਵਿੱਚ ਜੀਵਨ ਆ ਗਿਆ ਹੋਵੇ, ਨਹੀਂ ਤੇ ਮਾਸ ਦੇ ਬੰਦੇ ਵੀ ਬਹੁਤੇ ਮਰੇ ਹੋਏ ਨੇ। ਇਹ ਬੜਾ ਫਰਕ ਹੈ। ਸਿੱਖ ਪੱਥਰ ਦਾ ਪੁਜਾਰੀ ਤੇ ਨਹੀਂ, ਪਰ ਇੱਕ ਗੱਲ ਯਾਦ ਰੱਖਿਓ, ਸਿੱਖ ਮੂਰਤੀ ਦਾ ਵੀ ਨਹੀਂ ਪੁਜਾਰੀ, ਪੱਥਰ ਦਾ ਵੀ ਨਹੀਂ, ਕੰਧ ਦਾ ਵੀ ਨਹੀਂ, ਇਮਾਰਤ ਦਾ ਵੀ ਨਹੀਂ, ਪਰ ਚੇਤਾ ਰੱਖਣਾ, ਜਿਸ ਇਮਾਰਤ ਵਿੱਚ ਬਹੁਤਾ ਚਿਰ ਨਾਮ ਜਪਿਆ ਹੋਵੇ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਕੰਧਾਂ ਵਿੱਚੋਂ ਵੀ ਤੇਰਾ ਨੂਰ ਝਲਕਣ ਲੱਗ ਪੈਂਦਾ ਹੈ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ। ਉਹ ਮਿਰਤਕ ਚੀਜ਼ਾਂ ਵੈਸੇ ਸਾਨੂੰ ਦਿਸਦੀਆਂ ਨੇ। ਹੁਣ ਤਾਂ ਇੱਕ ਨਵੀਂ ਖੋਜ ਹੋਈ ਹੈ, ਵਿਗਿਆਨ ਨੇ ਕਿਸੇ ਖੁਰਦਬੀਨ ਨਾਲ ਵੇਖਿਆ
कि पत्थर की कंध विचों एक जलवा बाहर नूं निकल रहा है, नूर, वो मटेरियल मरिया होया नहीं है। उन्होंने वेख लिया कि पत्थर की कंध विचों कुछ तरंगां आ रही ने। असीं कहने जे किते ये गल बंदे की समझ में आ गई, एक मसला हल हो जाएगा भी मूर्ति पूजा की है। याद रखो, मूर्ति पूजा वो है जदों बंदा बाहरले ढांचे नाल जुड़ जाता है ते अंदर नूं छड्ड दिंदा है। मूर्ति पूजा की है? रुख नूं मत्था टेक दिंदा है, जिहड़ा रुख दे विच हरियाली दे रूप है उहनूं छड्ड दिंदा है। ये मूर्ति पूजा है। पर जे किसी रुख दे थले कोई प्यार नाल रुख नूं सिर ला के प्यार नाल बह गया, परमात्मा की याद, उहदी हरियाली नूं उहने महसूस करना शुरू कर दिता, तो वह रुख की पूजा बाहरली नहीं है, उहदे अंदर वसी हुई हरियाली रब नाल संबंध है। इसलिए रुखां विच बड़ी दास्तान है। हुण तां बहुत घट गए, और पुराने समय विच रुख बहुते सन, चिंता घट सी, तुसीं वेखिआ, सोग घट सी। अज बंदे ने सब कुछ प्रोफैशनल कर दिता है, घड़िया कढ़ाया रेडीमेड। हुण तां रुख भी बेचारे उस तरह के आ गए घरां विच, वो बेचारे कैद किए हुए ने। थोड़े जे पानी विच रख के एक वेल जी चढ़ाई हुई है, उत्थे रो रही है खड़ी होके, वड्डे सारी मकान विच, कोठी विच, उन्होंने भी खुली हवा नहीं मिलती। तो पहला क्यों सी आदमी सुखी? रुख बहुते सन। अज भी जे कोई रुख घट्टो घट 200 साल पुराना होवे, जदों बंदे नूं बहुती चिंता फड़े तो उस रुख दे नाल इस तरह हथ ला के थोड़ा चिर रखना। वैसे पुराने रुख मिलते नहीं, हुण पुराने रुख कट दिते गए, गुरुद्वारियां विच भी नहीं छड्डे, होर तां किते रहने सी। तां वो पुराना होवे, उहदे थल्ले बैठण नाल उहदियां तरंगां तुहाडे डिप्रैशन नूं, उदासी नूं खत्म कर दियां। बह के देख लेना, कदी बैठे ही नहीं, वो विचों खिंचणगियां, जां उहदे नाल मत्था ला लेना, सिर ला के बहना, तां विचों जिहड़ा वाधू मादा दिमाग विच एनर्जी आउट हो गई, उहनूं खिंच लएगा, सारी नूं सुकून देगा, शांति देगा। इस करके पुराने समय एक ख्याल फैलाया गया सी, वो चंगा सी। वो किहड़ा सी भी ये बोड़ पुरानी है, तो उन्होंने कहते सन भी ये उत्ते कुछ भूत प्रेत रहिंदे नूं ना वड्ढना, रहिंदा उत्थे कुछ नहीं सी। वो डरावा दिता गया भी चल 4 रुख बच जाणगे, छड्डने इन्हां ने कोई नहीं। ये भी पुराने रुखां दे नाल बैलेंस रहिंदा ब्रह्मंड दा, सब कट दिते गए। सब इस तरह के नकली जिहे रुख जिन्हां दा कोई सार तत्त नहीं। हुण तां बंदे भी नकली, रुख भी नकली, ते सारा कुछ नकली हुंदा जा रहा, असलीयत गुम हुंदी जा रही। ते सतगुरु बचन करते ने, कहंदे घरां तो निर्लेप है, उच्चा है, कुदरत नाल तेरा संबंध है। फिर कहंदे नमस्तंग निर्बामे, बामे कहंदे बाजू नूं, आसरे नूं, सहारे नूं, सवारी नूं। तैनूं एक थां तो दूजे थां ते जाण वास्ते किसी असवारी की लोड़ नहीं पैंदी, बिना सवारी तो सफ़र करना है। फिर साहब कहंदे नमो सर्ब काले, उहदे विच एक बहुत वड्डा गुण है, नमस्कार है तैनूं कि तू सर्बकाली है। सर्बकाली का मतलब तू अज भी है, कल नूं मौत हो जाएगी, ये संसार कटिया जाना है मौत होंदियां सार। ये काली है संसार, काल की हद विच है, काल की कैद विच। जिद्दन समा गुजरिया मौत ने इहदे नालों नाते तोड़ देने सारे, एकदम सारियां रस्सियां तोड़ के पासे मारेगी, कुछ भी लभेगा नहीं। हथ मरोड़े तन कपै स्याहों होवा सेत। जदों बंदा इत्थों जाता है वो मुठियां बंद क्यों करता, खिच खिच के ऐसियां मुठियां बंद करता भी परत के जन्म हो जाता, मुठियां बंद ही होंदियां ने। बच्चा जदों जन्म लैंदा उहदी भी मुठ बंद होंदी, खुल नहीं पैंदी खिच के। इत्थे सिखाया ही ये जाता, बंद करके रखो सारा कुछ, सारियां चीज़ां नूं घुट लो।
अपनी मुठ विच रखो सारा कुछ। एक है जिंदगी का दुख, बंदे ने हर एक चीज़ नूं मुट्ठी विच लेना चाहे, तो सतगुरु ने कहा बंद मुठ विच तां कुछ भी नहीं हुंदा, जे खुली होवे तां कुछ ना कुछ पैंदा है। पर खोलण दा इत्थे कोई वसीला ही नहीं। आदमी ने जिंदगी विच सिखे ये है, हर एक चीज़ नूं फड़ लो, हर एक चीज़ नूं जफा मार लो, कैद कर लो, जमा कर लवो, अकाउंट कर लो, इकट्ठा कर लो। इस करके धार्मिक दुनिया की एक बिरती है, किसे किसे विच ज़्यादा उजागर हो जाती। जदों किसे विच ये किसे दी मुठ खुलदी है ना, कई बारी दशा कईयां दी आई इस तरह की कि कोई पता नहीं कपड़े भी ला के वंड देण सारे। कई तो कंट्रोल कर लेंदे भी खाण पीण का समान तो रवे, कुछ बच जाए, गुजारा करना है। पर कई कंट्रोल तो बाहर कदी कदी उन्हां दा मन देण दे हुंदा दिन रात। और ये स्थिति इत्थों तक वध सकती है कि एक दिन उन्हां दा यह भी जी करदा शरीर भी चला जाए। एक दशा है, एक अवस्था है। तुसी गुरबाणी विच शब्द पढ़ोगे जिहदे विच गुरु साहब कहंदे ने कि तन मन काट काट सब अर्पी, विच अग्नि आप जलाई। हुण पकड़ इन्नी छुट गई है, नाम ने इन्ना खुला कर दिता जीवन, मन ते शरीर भी बंधन लगते ने। इस करके जिन्ने शहीद होए ने उन्हां दी शहीदी उन्हां दी मजबूरी नहीं सी, मजबूरी नहीं सी, उन्हां दी शहीदी उन्हां दा शौक सी। भावें कि लगदी होवे संसार नूं, पर जिन्ने संत शहीद होए ने, दूजियां दी गल नहीं मैं कर रहा, जिहड़े संत शहीद होए ने उन्हां दी शहीदी उन्हां दी मजबूरी नहीं सी, वो तो उन्हां दी शादी सी, खुशी सी। इस करके वो सर्वकाली है, सारियां समयां दे विच रहिंदा है, ते जिहड़ा उहदे नाल जुड़ गया उहदी सर्वकाल वो रखिया करदा है, सर्वकाल सहायता करदा है। नमस्कार है उसनूं। इस करके हजूर कहंदे नमो सर्व दयाले। एक उहदे विच होर भी गुण है कि सारियां ते दया दी दृष्टि लगातार उहदे विच बनी रहिंदी, भावें कोई उहदा मित्र है भावें उहदा मित्र नहीं है, इक्को जी दृष्टि उहदे विच बनी रहिंदी है। ये बड़ी औखी दशा है, ब्रह्म ज्ञानी विच भी आउंदी है। जिहड़ा बंदा उहदा दुश्मन हुंदा वो भी उहनूं मित्र प्रतीत हुंदा, भावें उहदे शरीर नूं कट रहा है, ये भी ख्याल रखना। सरमद नूं जदों जलाद कतल करन वास्ते आया तां सरमद ने तां कपड़े नहीं सी पाए सारी उम्र, कपड़ियां तो रहत सी, पर अज जदों कपड़े नहीं तो जेब भी कोई नहीं सी, पर उन्हें किसे तो थोड़ी जी मिश्री मंगी, हथ विच मिश्री दा डला सी। जलाद जदों सामने आया, हुण उन्हें शराब पीती हुई, हथ विच तेग, क्रूर अखां, सरमद नेड़े हो गया, जलाद नूं गलवकड़ी पा लई ते क्या मूँह खोल, तेरे मूँह विच मैं मिश्री पानी, मिठा पाउणा। उन्हें सोचिया कि फकीर ने बेचारे ने तलवार कदी वेखी नहीं, ये डर गया है मौत तो। वो हसन लग पिया, उन्हें कहा सरमद मेरे नाल हुण प्यार ना कर, मैं तेरी गर्दन लाउणी है, तेरा शरीर कटना है। जलाद हाँ तेनू पता नहीं? सरमद ने कहा नहीं, तू भावें किवें दा बन के आ, मेरी अख तो तू नहीं बच सकदा, मैं तेनू पहचान लेना। तू भावें मित्र बन के आ, भावें जलाद बन के आ, भावें कोई बन के आ, तू मेरे तो बच नहीं सकेगा, तेनू पहचान लवांगा। उन्होंने ये भाषा समझ नहीं आ रही। उन्हें क्या तेनू मिश्री मूँह विच पा दी, मिठा खवाया, क्यों? अखीरली रहमत तू कीती है कि तू इस शरीर की कैद विचों मैनू आज़ाद कराउण लगा है, छड़ाउण लगा इहदे विचों, इन्हां दुखां दर्दां विचों, इहदी नींद भुख दे चक्कर विचों कढण लगा है।
इस करके जिहड़ा कलगीधर पातशाह कहंदे ਉਹਦੇ ਨਾਲ ਜਿਹੜਾ ਜੁੜ ਵੀ ਗਿਆ ਉਹ ਇੱਕੋ ਵਕਤ ਵਿਰੋਧੀ ਨਾਲ ਪਿਆਰ ਕਰ ਸਕਦਾ ਹੈ। ਉਹ ਜਿਹਦਾ ਵਿਰੋਧ ਵੀ ਹੈ ਉਹਦੇ ਵਾਸਤੇ ਵੀ ਭਲਾ ਮੰਗ ਸਕਦਾ ਹੈ। ਇਸੇ ਤਰ੍ਹਾਂ ਦਾ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਹੈ। आओ एक दो मिनट शब्द ਦਾ ਸਾਂਝ ਪਾਈਏ, ਸਮਾਪਤੀ ਕਰਾਂਗੇ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।